ਅਕਾਲੀ ਦਲ ਦੀ ਗੱਲ ਕਰ ਰਹੇ ਸੀ। ਅਕਾਲੀ ਦਲ ਹੋਂਦ 'ਚ ਕਿਉਂ ਆਇਆ? ਅਕਾਲੀ ਦਲ ਇਸ ਕਰਕੇ ਹੋਂਦ ਦੇ ਵਿੱਚ ਆਇਆ ਕਿ ਉਹਨਾਂ ਨੇ ਜਿਹੜੇ ਮਹੰਤ ਤੇ ਪੁਜਾਰੀ ਉਹਨਾਂ ਤੋਂ ਲਿਬਰੇਟ ਕਰਾਉਣਾ। ਅੱਜ ਅਕਾਲੀ ਦਲ ਨੂੰ ਕਿੱਥੇ ਖੜਾ ਦੇਖਦੇ ਹੋ? ਜਿਹੜਾ ਅਕਾਲੀ ਦਲ ਸ਼ੁਰੂ ਹੋਇਆ ਸੀ ਉਦੋਂ ਅਕਾਲੀ ਦਲ ਕੀ ਸੀ ਤੇ ਹੁਣ ਇਸ ਵੇਲੇ ਅਕਾਲੀ ਦਲ ਕੀ ਹੈ? ਉਸ ਵੇਲੇ ਜਿਹੜਾ ਅਕਾਲੀ ਦਲ ਸੀ ਅਕਾਲ ਨੂੰ ਐਡਰੈਸਡ ਸੀ। ਅਕਾਲ ਟਾਈਮਲੈਸ, ਅਕਾਲ ਪੁਰਖ ਨੂੰ। ਅੱਜ ਜਿਹੜਾ ਅਕਾਲੀ ਦਲ ਆ ਉਹ ਕਿਸ ਨੂੰ ਐਡਰੈਸ ਕਰ ਰਿਹਾ? ਸੁਖਬੀਰ ਸਿੰਘ ਬਾਦਲ ਨੂੰ, ਬਾਦਲ ਦੇ ਪਰਿਵਾਰ ਨੂੰ ਐਡਰੈਸ ਕਰ ਰਿਹਾ। ਬਾਦਲ ਦੇ ਅੱਗੇ ਜਿਹੜਾ ਬੇਟਾ ਛੋਟਾ ਉਸ ਨੂੰ ਵੀ ਅੱਗੇ ਜਾ ਕੇ ਉਸਨੇ ਪ੍ਰਧਾਨ ਬਣਨਾ ਉਸ ਅਕਾਲੀ ਦਲ ਦਾ। ਜਦੋਂ ਅਮਰਿੰਦਰ ਚੀਫ ਮਿਨਿਸਟਰ ਸੀ ਉਦੋਂ ਮੈਂ ਬਹੁਤ ਬੜੀ ਇੱਕ ਸਟੇਟਮੈਂਟ ਦਿੱਤੀ ਸੀ ਜਿਹੜੀ 4,71,000 ਦੇਖ ਚੁੱਕੇ ਆ ਲੋਕ। ਮੈਂ ਕਿਹਾ ਸੀ ਇਹ ਬੰਦਾ ਆਪਸ ਦੇ ਵਿੱਚ ਮਿਲੇ ਵੇ ਦੋਨੇ। ਸਤਿ ਸ਼੍ਰੀ ਅਕਾਲ ਜੀ, ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤਜਿੰਦਰ ਫਤਿਹਪੁਰ। ਅੱਜ ਸ਼੍ਰੋਮਣੀ ਅਕਾਲੀ ਦਲ ਆਪਣੀ ਸ਼ਤਾਬਦੀ ਮਨਾ ਰਿਹਾ ਹੈ। ਅਕਾਲੀ ਦਲ ਦੀ ਸਥਾਪਨਾ ਨੂੰ 100 ਵਰ੍ਹੇ ਪੂਰੇ ਹੋ ਗਏ ਨੇ ਔਰ ਇਹਦੇ 'ਤੇ ਅੱਜ ਵੱਡੇ ਜਸ਼ਨ ਮਨਾਏ ਗਏ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੋਗਾ 'ਚ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉੱਥੇ 2 ਲੱਖ ਬੰਦੇ ਦਾ ਇਕੱਠ ਹੋਇਆ। ਹਾਲਾਂਕਿ ਇਕੱਠ ਹਜ਼ਾਰਾਂ 'ਚ ਹੀ ਰਿਹਾ, ਲੱਖ ਤੱਕ ਵੀ ਨਹੀਂ ਪਹੁੰਚ ਸਕਿਆ, ਪਰ ਅਕਾਲੀ ਦਲ ਦਾ ਇਹ ਵੱਡਾ ਦਾਅਵਾ ਰਿਹਾ ਔਰ ਅਕਾਲੀ ਦਲ ਦਾ ਸ਼ਾਨਾ ਮੱਤਾ ਇਤਿਹਾਸ ਰਿਹਾ। ਜਦੋਂ ਅਕਾਲੀ ਦਲ ਸ਼ੁਰੂ ਕੀਤਾ ਗਿਆ ਸੀ ਅੱਜ ਤੋਂ 100 ਵਰ੍ਹੇ ਪਹਿਲਾਂ, ਜਦੋਂ ਸਰਦਾਰ ਸੁਰਮੁਖ ਸਿੰਘ ਝਬਾਲ ਪ੍ਰਧਾਨ ਬਣੇ ਸੀ। ਸੋ 100 ਸਾਲ ਦੇ ਇਤਿਹਾਸ ਦੇ ਵਿੱਚ ਅਕਾਲੀ ਦਲ ਨੇ ਕੀ ਪ੍ਰਾਪਤੀਆਂ ਕੀਤੀਆਂ, ਕੀ ਗਵਾਇਆ, ਕੀ ਖੱਟਿਆ, ਸੋ ਇਸ ਤਮਾਮ ਗੱਲਾਂ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਸਿੱਖ ਚਿੰਤਕ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਮੌਜੂਦ ਨੇ। ਢਿੱਲੋਂ ਸਾਹਿਬ ਸਵਾਗਤ ਹੈ। ਮਿਹਰਬਾਨੀ ਜੀ। ਦਾ ਅਨਮਿਊਟ ਚੈਨਲ ਦੇ ਸਤਿਕਾਰਿਤ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਢਿੱਲੋਂ ਸਾਹਿਬ ਸਿੱਧਾ ਇਹੋ ਸਵਾਲ ਹੈ ਕਿ ਹਾਂਜੀ, ਸ਼੍ਰੋਮਣੀ ਅਕਾਲੀ ਦਲ ਨੂੰ 100 ਸਾਲ ਹੋ ਗਏ ਨੇ। ਜੀ ਜੀ ਜੀ। ਅਕਾਲੀ ਦਲ ਹੋਂਦ 'ਚ ਕਿਉਂ ਆਇਆ? ਕੀ ਲੋੜ ਪਈ ਸੀ? ਹਾਂਜੀ ਹਾਂਜੀ। ਤੇ ਅਕਾਲੀ ਦਲ ਹੁਣ ਕਿੱਥੇ ਖੜਾ ਹੈ? ਹਾਂਜੀ। ਸੋ ਇਹਦੇ ਵਿਚਕਾਰ ਜਿਹੜਾ ਪਾੜਾ ਹੈ ਜੀ ਜੀ, ਉਹ ਸਫ਼ਰ ਹੈ ਲੰਬਾ, ਉਹ ਕਿਸ ਤਰ੍ਹਾਂ ਦਾ ਰਿਹਾ? ਦੇਖੋ, ਉਹ ਸਫ਼ਰ ਜਿਹੜਾ ਹੈ ਇੱਕ ਸਟਰਗਲ ਹੈ ਜੀ, ਜਿਹੜੀ ਕੰਟੀਨਿਊ ਕਰਦੀ ਹੈ ਫॉर ਦੀ ਲਿਬਰੇਸ਼ਨ ਆਫ ਦੀ ਗੁਰਦੁਆਰਾਸ। ਜੀ, ਬਹੁਤ ਸਾਰੇ ਜਿਹੜੇ ਰਾਈਟਰਸ ਆ ਜਾਂ ਆਥਰਸ ਆ ਜਿਨ੍ਹਾਂ ਨੇ ਇਸ ਪੀਰੀਅਡ ਦੇ ਉੱਤੇ ਲਿਖਿਆ, ਉਹ ਇਹਨੂੰ ਰਿਫਾਰਮ ਮੂਵਮੈਂਟ ਕਹਿ ਦਿੰਦੇ ਆ, ਵਿਚ ਇਜ਼ ਐਬਸੋਲੂਟਲੀ ਰੋਂਗ। ਜੀ, ਕੋਈ ਗੁਰਦੁਆਰਿਆਂ ਦਾ ਰਿਫਾਰਮ ਨਹੀਂ ਹੋਇਆ, ਉਹਨਾਂ ਦੀ ਆਜ਼ਾਦੀ ਦੀ ਲੜਾਈ ਸੀ। ਜੀ, ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਸੀ ਮਹੰਤਾਂ ਪੁਜਾਰੀਆਂ ਦੇ ਕੰਟਰੋਲ ਤੋਂ। ਜੀ, ਜਿਹੜੇ ਉਦਾਸੀ ਸੀ ਤੇ ਨਿਰਮਲੇ ਸੀਗੇ। ਜੀ, ਜਿਹੜੇ ਸਿੱਖੀ ਦੇ ਮੇਨ ਵਿਊ ਪੁਆਇੰਟ ਤੋਂ ਸ਼ਿਫਟ ਹੋ ਚੁੱਕੇ ਸੀਗੇ। ਜੀ, ਔਰ ਇਸੇ ਤਰੀਕੇ ਦੇ ਨਾਲ ਉਹਦੇ ਵਿੱਚ ਕੋਈ ਦੂਸਰੇ ਜਿਹੜੇ ਧਰਮਾਂ ਦੇ ਲੋਕ ਆ ਉਹ ਗੁਰਦੁਆਰਿਆਂ ਦੇ ਵਿੱਚ ਆਪਣਾ ਪ੍ਰਚਾਰ ਕਰ ਰਹੇ ਸੀ। ਸਨਾਤਨ ਹਿੰਦੂ ਵੀ ਉਸ ਦੇ ਵਿੱਚ ਪ੍ਰਚਾਰ ਮੂਰਤੀਆਂ ਰੱਖੀਆਂ ਹੋਈਆਂ ਸੀ। ਇਸੇ ਤਰੀਕੇ ਨਾਲ ਈਸਾਈਆਂ ਨੇ ਵੀ ਆਪਣਾ ਪ੍ਰਚਾਰ ਉੱਥੇ ਜਿਹੜੇ ਦਰਬਾਰ ਸਾਹਿਬ ਦੀ ਪਰਿਕਰਮਾ ਉਸ ਦੇ ਵਿੱਚੋਂ ਸ਼ੁਰੂ ਕੀਤਾ ਹੋਇਆ ਸੀ। ਜੀ, ਤੋ ਇੱਕ ਬੜੀ ਮਤਲਬ ਬਹੁਤ ਭਿਆਨਕ ਸਿਚੁਏਸ਼ਨ ਸੀ ਧਾਰਮਿਕ ਤੌਰ ਤੇ ਸਿੱਖ ਕੌਮ ਦੇ ਲਈ, ਜਿਹੜੀ ਕਿ ਬੜੀ ਆਜ਼ਾਦਾਨਾ ਕੌਮ ਹੈ, ਜਿਸ ਦਾ ਆਜ਼ਾਦਾਨਾ ਇਤਿਹਾਸ ਆ, ਜਿਸ ਦੀ ਬੜੀਆਂ ਆਪਣੀਆਂ ਵੱਖਰੀਆਂ ਪਰੰਪਰਾਵਾਂ ਹਨ। ਮੈਂ ਇੱਥੇ ਖਾਸ ਤੌਰ ਤੇ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਐਨੈਕਸੇਸ਼ਨ ਆਫ ਪੰਜਾਬ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ 10 ਸਾਲ ਬਾਅਦ, ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਉਹਨਾਂ ਨੇ ਪੰਜਾਬ ਨੂੰ ਅਨੈਕਸ ਕੀਤਾ, ਤਾਂ ਅੰਗਰੇਜ਼ਾਂ ਨੇ 6 ਪ੍ਰਮੁੱਖ ਇਤਿਹਾਸਿਕ ਗੁਰਦੁਆਰੇ ਸਿੱਧੇ ਤੌਰ ਤੇ ਆਪਣੇ ਕੰਟਰੋਲ ਵਿੱਚ ਲੈ ਲਏ। ਉਹ ਕਿਹੜੇ ਗੁਰਦੁਆਰਾ ਸਾਹਿਬ? ਮੈਂ ਤੁਹਾਨੂੰ ਦੱਸ ਦੇਣਾ। ਦਰਬਾਰ ਸਾਹਿਬ ਆ, ਸ਼੍ਰੀ ਅਕਾਲ ਤਖਤ ਸਾਹਿਬ ਆ, ਤਰਨ ਤਾਰਨ ਸਾਹਿਬ ਦਾ, ਮਤਲਬ ਇਹ ਸਾਰੇ ਵੱਡੇ ਜਿਹੜੇ ਮੇਨ ਗੁਰਦੁਆਰੇ ਆ ਨਾ ਸਿੱਖਾਂ ਦੇ, ਉਹਨਾਂ ਨੇ ਆਪਣੇ ਕੰਟਰੋਲ 'ਚ ਲੈ ਲਏ। ਜੀ, ਇਹ ਪਹਿਲੀ ਵਾਰ ਹੋਇਆ ਬ੍ਰਿਟਿਸ਼ ਇੰਡੀਆ ਦੇ ਇਤਿਹਾਸ ਦੇ ਵਿੱਚ। ਜੀ, ਜਦੋਂ ਦੇ ਉਹ ਕੈਲਕਟਾ ਤੋਂ ਚੱਲੇ ਆ ਇੱਥੇ ਆ ਗਏ ਆ, ਤਾਂ ਉਸ ਦੇ ਵੇਲੇ ਉਹਨਾਂ ਨੇ ਬਹੁਤ ਸਾਰੀਆਂ ਨਵਾਬਾਂ ਦੀਆਂ ਰਿਆਸਤਾਂ ਕੈਪਚਰ ਕੀਤੀਆਂ, ਉਹਨਾਂ ਦੇ ਰਾਜ ਖਤਮ ਕੀਤੇ। ਇਸੇ ਤਰ੍ਹਾਂ ਹਿੰਦੂ ਰਾਜਿਆਂ ਨੂੰ ਉਹਨਾਂ ਨੇ ਕੰਕਰ ਕੀਤਾ, ਉਹਨਾਂ ਦੇ ਰਾਜ ਰਿਆਸਤਾਂ ਆਪਣੇ ਮਤਲਬ ਇੰਪਾਇਰ ਦੇ ਵਿੱਚ ਉਹਨਾਂ ਨੇ ਲੈ ਕੇ ਆਏ। ਕਿਸੇ ਇੱਕ ਮੰਦਿਰ ਨੂੰ ਉਹਨਾਂ ਨੇ ਆਪਣੇ ਤੌਰ ਤੇ ਕੈਪਚਰ ਨਹੀਂ ਕੀਤਾ, ਆਪਣੇ ਕੰਟਰੋਲ 'ਚ ਨਹੀਂ ਲੈ ਕੇ ਆਏ ਕਿਸੇ ਇੱਕ ਮੰਦਿਰ ਨੂੰ। ਕਿਸੇ ਇੱਕ ਮਸਜਿਦ ਨੂੰ ਉਹਨਾਂ ਨੇ ਆਪਣੇ ਕੰਟਰੋਲ 'ਚ ਨਹੀਂ ਕੀਤਾ, ਅੰਗਰੇਜ਼ਾਂ ਨੇ।
ਪਰ ਬੜੀ ਤੁਸੀਂ ਦੇਖੋ ਹੈਰਾਨੀ ਦੀ ਗੱਲ ਹੈ ਕਿ ਆਉਣ ਸਾਰ ਸਭ ਤੋਂ ਵੱਡੀ ਗੱਲ, ਦੋ ਵੱਡੀਆਂ ਗੱਲਾਂ ਕਰਦੇ ਆ ਕਿ ਗੁਰਦੁਆਰਾ ਸਾਹਿਬਾਨ ਨੂੰ 6 ਬੜੇ ਪ੍ਰਮੁੱਖ ਇਤਿਹਾਸਿਕ ਗੁਰਦੁਆਰੇ ਉਹਨਾਂ ਨੂੰ ਸਿੱਧੇ ਤੌਰ ਤੇ ਆਪਣੇ ਕੰਟਰੋਲ 'ਚ ਲੈ ਲਿਆ ਜੀ, ਔਰ ਗੁਰਦੁਆਰਿਆਂ ਦੇ ਉੱਤੇ ਸਰਬਰਾਹ ਅਪਾਇੰਟ ਕਰ ਦਿੱਤੇ ਜਿਹੜੇ ਕਿ ਜਿਨ੍ਹਾਂ ਦਾ ਟੋਟਲ ਉਹਨਾਂ ਦੇ ਉੱਤੇ ਕੰਟਰੋਲ ਹੋਏਗਾ, ਔਰ ਜਿਹੜੇ ਉੱਥੇ ਮਹੰਤ ਤੇ ਪੁਜਾਰੀ ਸੀਗੇ ਉਹਨਾਂ ਦੇ ਨਾਂ ਦੇ ਉੱਤੇ ਗੁਰਦੁਆਰਿਆਂ ਦੀਆਂ ਬਹੁਤ ਵੱਡਮੁੱਲੀਆਂ ਜਾਇਦਾਦਾਂ, ਜ਼ਮੀਨਾਂ ਉਹ ਸਾਰੀਆਂ ਉਹਨਾਂ ਦੇ ਹਵਾਲੇ ਕਰ ਦਿੱਤੀਆਂ। ਇਹ ਕੀ ਚੀਜ਼ ਦਿਖਾਉਂਦੀ ਹੈ, ਕੀ ਚੀਜ਼ ਸ਼ੋਅ ਕਰਦੀ ਹੈ ਕਿ ਜਿਹੜੇ ਬ੍ਰਿਟਿਸ਼ ਲੋਕ ਸੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਗੁਰਦੁਆਰਾ ਇੱਕ ਸੋਰਸ ਆਫ ਇੰਸਪੀਰੇਸ਼ਨ ਹੈ, ਉਹ ਇੱਕ ਐਸੀ ਸ਼ਕਤੀ ਪ੍ਰਦਾਨ ਕਰਦਾ ਸਿੱਖ ਨੂੰ। ਗੁਰਦੁਆਰਾ ਹੈ ਕੀ ਚੀਜ਼? ਗੁਰਦੁਆਰੇ ਦੇ ਵਿੱਚ ਜ਼ਰੇ ਜ਼ਰੇ ਦੇ ਵਿੱਚ ਸਿੱਖਾਂ ਦੀ ਸ਼ਹਾਦਤਾਂ ਬੋਲਦੀਆਂ, ਸਿੱਖਾਂ ਦਾ ਇਤਿਹਾਸ ਉਸ ਦੇ ਵਿੱਚ ਆ। ਜੇ ਤੁਸੀਂ ਉਸ ਗੁਰਦੁਆਰਿਆਂ ਦਾ ਇਤਿਹਾਸ ਪੜ੍ਹੋਗੇ ਤਾਂ ਸਿੱਖਾਂ ਦਾ ਇਤਿਹਾਸ ਉਹੀ ਹੈ। ਔਰ ਉਸ ਤੋਂ ਇਲਾਵਾ ਕੋਈ ਗੁਰਦੁਆਰਾ ਜਿਹੜਾ ਹੈ ਉਹ ਇਨਕੰਪਲੀਟ ਆ ਵਿਦਆਊਟ ਦੀ ਪ੍ਰੈਜ਼ੈਂਸ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇੱਕ ਰੈਵੋਲੂਸ਼ਨਰੀ ਸਪਿਰਿਟ ਹੈ, ਉਸ ਦੀ ਰੈਵੋਲੂਸ਼ਨਰੀ ਆਈਡੀਓਲੋਜੀ ਹੈ, ਔਰ ਉਹ ਰੈਵੋਲੂਸ਼ਨਰੀ ਜਿਹੜੀ ਆਈਡੀਓਲੋਜੀ ਆ ਉਹਦਾ ਐਕਸਪ੍ਰੈਸ਼ਨ ਹੁੰਦਾ। ਉਸ ਦੀ ਬਿਲਡਿੰਗਾਂ ਜਿਹੜੀਆਂ ਉਹ ਬਿਲਡਿੰਗਾਂ ਬ੍ਰਿਕ ਐਂਡ ਮਾਰਟਰ ਨਹੀਂ ਹੈ, ਉਸ ਦੇ ਵਿੱਚ ਦਰਬਾਰ ਅਸੀਂ ਉਸ ਨੂੰ ਕੀ ਕਹਿੰਦੇ ਆ, ਟੈਂਪਲ ਨਹੀਂ ਹੈ। ਇਟਸ ਐਬਸੋਲੂਟਲੀ ਰੋਂਗ। ਅੱਜ ਬਹੁਤ ਸਾਰੇ ਲੋਕ ਟੈਂਪਲ ਕਹਿੰਦੇ, ਟੈਂਪਲ ਨਹੀਂ। ਗੂਗਲ ਤੇ ਸਰਚ ਕਰੋ ਤਾਂ ਗੋਲਡਨ ਟੈਂਪਲ ਹੀ ਲਿਖਿਆ, ਹਾਂ ਉਹ ਗਲਤ ਹੈ ਟੋਟਲੀ। ਉਹ ਕਿਹਨੇ ਲਿਖਿਆ? ਗੂਗਲ ਕਿਹਦੇ ਕੰਟਰੋਲ 'ਚ ਆ? ਗੂਗਲ ਤਾਂ ਨੌਨ ਸਿੱਖਾਂ ਦੇ ਕੰਟਰੋਲ 'ਚ ਆ ਨਾ, ਜਿਹੜੇ ਉਸ ਨੂੰ ਟੈਂਪਲ ਬਣਾਉਣਾ ਚਾਹੁੰਦੇ। ਉਹ ਦਰਬਾਰ ਸਾਹਿਬ ਜੀ। ਗੁਰੂ ਕੀ ਹੈ? ਗੁਰੂ ਹੈ ਬਾਦਸ਼ਾਹ, ਸੱਚਾ ਪਾਤਸ਼ਾਹ, ਟਰੂ ਕਿੰਗ। ਉਹ ਜਿਹੜਾ ਉੱਥੇ ਬੈਠਾ ਦਿੱਲੀ ਦੇ ਵਿੱਚ, ਉਹ ਤਾਂ ਝੂਠਾ ਰਾਜਾ, ਉਹ ਤਾਂ ਇੱਕ ਰਾਜਾ ਹੈ, ਇਹ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ। ਸੱਚਾ ਪਾਤਸ਼ਾਹ, ਸੱਚਾ ਟਰੂ ਕਿੰਗ। ਤੋ ਇੱਕ ਇਨਕਲਕੇਟ ਕਰਨੀ ਹੈ ਇਨ ਦੀ ਸਾਈਕੀ ਆਫ ਦੀ ਪੀਪਲ ਹੂ ਆਰ ਫੋਲੋਇੰਗ ਔਨ ਦੀ ਫੁੱਟਪ੍ਰਿੰਟਸ ਆਫ ਗੁਰੂ ਨਾਨਕ। ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਦੇ ਉੱਤੇ ਚੱਲਣਾ ਚਾਹੁੰਦੇ ਆ, ਉਹਨਾਂ ਨੂੰ ਇੱਕ ਸੰਦੇਸ਼ਾ ਹੈ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਪਾਉਣ ਲਈ ਵੀ ਤੁਸੀਂ ਇੱਕ ਐਸੇ ਜਿਹੜਾ ਗੁਰੂ ਹੈ ਉਹ ਤੁਹਾਡਾ ਸਪਿਰਿਚੁਅਲ ਲੀਡਰ ਵੀ ਹੈ ਔਰ ਤੁਹਾਡਾ ਪੋਲੀਟੀਕਲ ਲੀਡਰ ਵੀ ਹੈ। ਪ੍ਰੋਲੀਟੇਰੀਅਨਿਜ਼ਮ, ਇਕੁਐਲਿਟੀ ਦਾ ਅਸੂਲ ਆ। ਪ੍ਰੋਲੀਟੇਰੀਅਨਿਜ਼ਮ ਅੰਗਰੇਜ਼ੀ 'ਚ ਕਹਿੰਦੇ ਬਰਾਬਰਤਾ, ਸਭ ਬਰਾਬਰ, ਆਲ ਆਰ ਐਬਸੋਲੂਟਲੀ ਇਕੁਅਲ। ਅਨਇਕੁਐਲਿਟੀ ਦਾ ਸ਼ਬਦ ਹੀ ਨਹੀਂ ਹੈ। ਤੋ ਇਸੇ ਤਰੀਕੇ ਨਾਲ ਜਦੋਂ ਇਕੁਅਲ ਹੋ ਗਏ, ਫਿਰ ਉਸ ਤੋਂ ਬਾਅਦ ਪਲੇਬੀਅਨ ਥਾਟ ਹੈ ਕਿ ਤੁਸੀਂ ਸੋਵਰਨ ਹੋ, ਤੁਸੀਂ ਰਾਜੇ ਹੋ। ਗੁਰੂ ਸਾਡਾ ਸ਼ਹਿਨਸ਼ਾਹ ਹੈ, ਗੁਰੂ ਸਾਡਾ ਬਾਦਸ਼ਾਹ ਹੈ, ਗੁਰੂ ਸਾਡਾ ਸੱਚਾ ਪਾਤਸ਼ਾਹ ਹੈ, ਟਰੂ ਕਿੰਗ ਹੈ ਸਾਡਾ। ਜੇ ਟਰੂ ਕਿੰਗ ਆ ਭਾਈ ਸਾਹਿਬ ਜੀ, ਤਾਂ ਉਹ ਕਿੱਥੇ ਜਾਏਗਾ? ਉਹ ਟੈਂਪਲ 'ਚ ਨਹੀਂ ਜਾਏਗਾ, ਉਹ ਮੰਦਿਰ 'ਚ ਨਹੀਂ ਜਾਏਗਾ, ਉਹ ਜਾਏਗਾ ਦਰਬਾਰ ਦੇ ਵਿੱਚ। ਜੇ ਦਰਬਾਰ ਦੇ ਵਿੱਚ ਜਾਏਗਾ ਤਾਂ ਉੱਥੇ ਤਖਤ ਵੀ ਲਾਜ਼ਮੀ ਹੋਣਾ ਚਾਹੀਦਾ। ਇੱਕ ਸੋਵਰਨ ਸਟੇਟ ਦੇ ਕਨਸੈਪਟ ਵਿਚ ਆ ਡਿਫਰੈਂਟ, ਜਿਹੜੀਆਂ ਦੂਜੀਆਂ ਸੋਵਰਨ ਸਟੇਟਸ ਆ ਉਸ ਨਾਲੋਂ ਡਿਫਰੈਂਟ ਹੈਗੀ ਆ। ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਕੀ ਚੀਜ਼ ਆ? ਉਹ ਹੈਗਾ ਸਾਡਾ ਪਰਮੇਸ਼ਰ ਕਾ ਥਾਨ, ਉਹ ਰੱਬ ਹੈ ਸਾਡੇ ਲਈ। ਤਾਂ ਉਹ ਰੱਬ ਜਿੱਥੇ ਬੈਠ ਰਿਹਾ, ਸਾਡਾ ਜਿਹੜਾ ਰੱਬ ਬੈਠ ਰਿਹਾ, ਦਰਬਾਰ ਦੇ ਵਿੱਚ ਨਹੀਂ ਬੈਠਾ, ਦਰਬਾਰ ਦੇ ਵਿੱਚ ਬੈਠ ਰਿਹਾ, ਉਹ ਮੰਦਿਰਾਂ ਦੇ ਵਿੱਚ ਨਹੀਂ ਬੈਠਾ ਜਿੱਥੇ ਟੱਲੀਆਂ ਖੜਕ ਰਹੀਆਂ, ਜਿੱਥੇ ਰਿਚੁਅਲਿਜ਼ਮ ਹੈ, ਹੋਰ ਹੈ ਹੀ ਕੁਛ ਨਹੀਂ। ਤਾਂ ਸਾਡਾ ਇੱਕ, ਚਲੋ ਆਪਾਂ ਕਿਸੇ ਦੇ ਵੀ ਧਰਮ ਨੂੰ ਨਹੀਂ ਮੈਂ ਕਿਸੇ ਦੇ ਧਰਮ, ਮੈਂ ਤਾਂ ਵੈਸੇ ਮੈਂ ਜਨਰਲੀ ਗੱਲ ਕਰ ਰਿਹਾ, ਮੈਂ ਜਨਰਲੀ ਗੱਲ ਕਰ ਰਿਹਾ। ਤਾਂ ਰਿਚੁਅਲਿਜ਼ਮ ਤਾਂ ਇਸਲਾਮ 'ਚ ਵੀ ਆ ਗਿਆ, ਇਸੇ ਤਰੀਕੇ ਨਾਲ ਕ੍ਰਿਸਚੈਨਿਟੀ ਦੇ ਵਿੱਚ ਵੀ ਬਹੁਤ ਬੜਾ ਰਿਚੁਅਲਿਜ਼ਮ ਹੈ। ਸਾਡਾ ਤਾਂ ਜਿਹੜਾ ਹੈਗਾ ਕਨਸੈਪਟ ਵੀ ਹੈਗਾ, ਜਿਹੜਾ ਸਾਡਾ ਰਾਜ। ਅਕਾਲੀ ਦਲ ਦੀ ਗੱਲ ਕਰ ਰਹੇ ਸੀ, ਅਕਾਲੀ ਦਲ ਹੋਂਦ 'ਚ ਕਿਉਂ ਆਇਆ? ਅਕਾਲੀ ਦਲ ਇਸ ਕਰਕੇ ਹੋਂਦ ਦੇ ਵਿੱਚ ਆਇਆ ਕਿ ਉਹਨਾਂ ਨੇ ਜਿਹੜੇ ਮਹੰਤ ਤੇ ਪੁਜਾਰੀ, ਉਹਨਾਂ ਤੋਂ ਲਿਬਰੇਟ ਕਰਾਉਣਾ। ਲਿਬਰੇਸ਼ਨ ਦੀ ਲੜਾਈ ਆ, ਆਜ਼ਾਦੀ ਦੀ ਲੜਾਈ ਆ, ਗੁਰਦੁਆਰਿਆਂ ਦੀ ਆਜ਼ਾਦੀ ਦੀ ਲੜਾਈ ਆ। ਜਿਨ੍ਹਾਂ ਲੋਕਾਂ ਦੇ ਕੰਟਰੋਲ 'ਚ ਆ ਉਹ ਸਿੱਖ ਨਹੀਂ ਹੈਗੇ, ਉਹ ਸਿੱਖੀ ਤੋਂ ਬੇਮੁਖ ਹੋਏ ਹੋਏ ਲੋਕ ਆ। ਉਹ ਕੁਛ ਹੋਰ ਕਰਨਾ ਚਾਹੁੰਦੇ ਆ, ਉਸ ਨੂੰ ਤਬਦੀਲ ਕਰਨਾ ਚਾਹੁੰਦੇ, ਚੇਂਜ ਕਰਨਾ ਚਾਹੁੰਦੇ, ਉਹਦਾ ਕੈਰੈਕਟਰ ਬਦਲਣਾ ਚਾਹੁੰਦੇ। ਤੋ ਉਸ ਦੇ ਮੁਖਾਲਫ ਦੇ ਵਿੱਚ ਇੱਕ ਮਾਸ ਅਪਸਰਜ ਹੈ, ਇੱਕ ਐਸਾ ਸੰਘਰਸ਼ ਹੈ ਜਿਸ ਦੇ ਵਿੱਚ ਸਾਰੇ ਲੋਕ ਪਾਰਟਿਸਿਪੇਟ ਕਰ ਰਹੇ ਆ, ਜਿਹੜੇ ਸਿੱਖੀ ਦੇ ਨਾਲ ਜਿਨ੍ਹਾਂ ਦੀ ਸਮਰਪਤਾ ਹੈ। ਚਾਹੇ ਉਹ ਕਿਸੇ ਪਿੰਡ ਦੇ ਵਿੱਚ ਬੈਠੇ ਆ, ਚਾਹੇ ਉਹ ਕਿਸੇ ਕਸਬੇ 'ਚ ਬੈਠੇ ਆ, ਚਾਹੇ ਕੋਈ ਬੁੱਢਾ, ਚਾਹੇ ਕੋਈ ਜਵਾਨ ਆ, ਚਾਹੇ ਕੋਈ ਔਰਤ ਆ, ਚਾਹੇ ਕੋਈ ਬੱਚਾ ਹੈ, ਸਾਰਿਆਂ ਦੀ ਇੱਕ ਮਾਨਸਿਕਤਾ ਉਸ ਦੇ ਨਾਲ ਜੁੜੀ ਹੋਈ ਆ ਵੀ ਅਸੀਂ ਆਪਣੇ ਗੁਰਦੁਆਰੇ ਆ ਜਿਹੜੇ
ਉਹ ਇਹਨਾਂ ਮਹੰਤਾ ਪੁਜਾਰੀਆਂ ਤੋਂ ਅਸੀਂ ਆਜ਼ਾਦ ਕਰਾਉਣੇ ਆ। ਅਸੀਂ ਆਜ਼ਾਦ ਕਿਸ ਤਰੀਕੇ ਨਾਲ ਕਰਾਉਣੇ ਆ? ਜਿਸ ਪਰੰਪਰਾਵਾਂ ਤੇ ਗੁਰੂ ਨੇ ਉਹਨਾਂ ਇੰਸਟੀਟਿਊਸ਼ਨਸ ਨੂੰ ਐਸਟੈਬਲਿਸ਼ ਕੀਤਾ ਸੀ ਜੀ। ਤੋ ਇਹ ਇੱਕ ਮਤਲਬ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਕੀ ਕੀਤਾ, ਸੋ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛਡਵਾਉਣ ਲਈ ਮਹੰਤਾ ਪੁਜਾਰੀ ਅਕਾਲੀ ਦਲ ਹੋਂਦ ਵਿੱਚ ਆਇਆ। ਹਾਂ, ਤੇ ਉਸ ਵੇਲੇ ਅਕਾਲੀ ਦਲ ਦੇ ਨਾਲ ਜਿਹੜੇ ਸਿੱਖ ਕੌਮ ਜੁੜੀ ਸੀ, ਹਾਂਜੀ, ਉਹਨਾਂ ਨੂੰ ਕਿੰਨੀਆਂ ਸ਼ਹਾਦਤਾਂ, ਕਿੰਨੀਆਂ ਕੁ ਕੁਰਬਾਨੀਆਂ ਦੇਣੀਆਂ ਪਈਆਂ, ਜਿਸ ਤੋਂ ਮਤਲਬ ਬਾਅਦ ਉਹ ਜਿਹੜੀ ਇਹ ਆਜ਼ਾਦੀ ਹੈ ਉਹ ਮਿਲ ਪਾਈ ਮਹੰਤਾਂ ਤੇ ਪੁਜਾਰੀਆਂ ਤੋਂ ਸ਼੍ਰੀ ਗੁਰਦੁਆਰਾ ਸਾਹਿਬਾਨਾਂ ਨੂੰ। ਉਹ ਇਸ ਤਰੀਕੇ ਨਾਲ ਹੋਇਆ ਜੀ। ਅੰਗਰੇਜ਼ ਅੰਗਰੇਜ਼ਾਂ ਦੀ ਉਹਨਾਂ ਨੂੰ ਥਾਪੜਾ ਸੀ ਮਹੰਤਾਂ ਨੂੰ ਪੁਜਾਰੀਆਂ ਨੂੰ। ਉਹ ਸਾਰਾ ਉਹਨਾਂ ਨੂੰ ਮਤਲਬ ਸਾਰਾ ਸਪੋਰਟ ਦਿੰਦੇ ਸੀ। ਸੋ ਮਚ ਸੋ ਜਿਹੜੀ ਗੁਰਦੁਆਰਿਆਂ ਦੀ ਬਹੁਤ ਵੱਡਮੁੱਲੀਆਂ ਜਾਇਦਾਦਾਂ ਸੀਗੀਆਂ, ਜ਼ਮੀਨਾਂ ਹਜ਼ਾਰਾਂ ਲੱਖਾਂ ਏਕੜਾਂ ਦੇ ਵਿੱਚ, ਉਹ ਸਾਰੀਆਂ ਉਹਨਾਂ ਦੇ ਨਾਂ ਰਜਿਸਟਰ ਕਰਾ ਦਿੱਤੀਆਂ, ਇੰਤਕਾਲ ਕਰਾ ਦਿੱਤੇ, ਪੋਜੈਸ਼ਨ ਦੇ ਦਿੱਤੇ, ਵਿਚ ਵਾਜ਼ ਵੈਰੀ ਐਬਸੋਲੂਟਲੀ ਰੋਂਗ। ਸਾਡੀ ਜਿਹੜੀ ਕਮਿਊਨਿਟੀ ਹੈ ਉਸ ਦੀ ਆਪਣੀ ਕੌਮ ਦੀ ਪ੍ਰਾਪਰਟੀ ਹੈ, ਉਹ ਕਿਸੇ ਇੰਡੀਵਿਜੂਅਲ ਦੀ ਪ੍ਰਾਪਰਟੀ ਨਹੀਂ, ਉਹ ਗੁਰੂ ਦੀ ਪ੍ਰਾਪਰਟੀ ਹੈ। ਗੁਰੂ ਦੇ ਨਾਂ ਦੇ ਉੱਤੇ ਦਿੱਤੀਆਂ ਵੀ ਆ ਰਾਜੇ ਸਿੱਖ ਰਾਜਾ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਸੀ ਉਹ ਵਾਪਸ ਹੋ ਗਈਆਂ। ਵਾਪਸ ਹੋ ਗਏ। ਉਹ ਬਹੁਤ ਉਸ ਦੇ ਲਈ ਸਟਰਗਲ ਹੋਈ ਉਹਨੂੰ, ਮਤਲਬ ਕਿੰਨੀ ਸਿੱਖ ਕੌਮ ਦੀਆਂ ਕਿੰਨੀਆਂ ਕਿ ਕੀਮਤੀ ਜਾਨਾਂ ਨੇ ਜਿਹੜੀਆਂ, ਪੁੱਛੋ ਨਾ, 400 ਤਾਂ ਸ਼ਹੀਦ ਹੋਏ ਸਿੱਖ ਜੀ। ਔਰ ਇਸ ਕਿਸਮ ਦੀਆਂ ਸ਼ਹਾਦਤਾਂ ਹੋਈਆਂ ਜਿਹੜੀਆਂ ਦੁਨੀਆ ਦੇ ਇਤਿਹਾਸ ਦੇ ਵਿੱਚ ਬੇਮਿਸਾਲ ਆ। ਔਰ ਇਸ ਕਿਸਮ ਦੀ ਮਾਸ ਮੂਵਮੈਂਟ ਬਣੀ। ਜਿਹੜੇ ਮਤਲਬ ਆਪਣੇ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਆ ਨਾ, ਭਾਰਤ ਦੀ ਆਜ਼ਾਦੀ ਦੀ ਗੱਲ ਕਰਦੇ ਆ, ਉਹਨਾਂ ਦੇ ਤਾਂ ਖੁਆਬ ਵਿੱਚ ਵੀ ਨਹੀਂ ਸੀ ਕਿ ਇਸ ਕਿਸਮ ਦੀ ਕੋਈ ਮੂਵਮੈਂਟ ਹੋ ਜਾਏਗੀ। ਮਹਾਤਮਾ ਗਾਂਧੀ ਤਾਂ ਬੈਠਾ ਸੀ ਉੱਥੇ ਬੰਬੇ ਦੇ ਵਿੱਚ, ਉਸ ਏਰੀਏ ਦੇ ਵਿੱਚ ਉਹ ਬੈਠਾ ਸੀ, ਉਹਨੂੰ ਤਾਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਵੀ ਕਿੱਡੀ ਬੜੀ ਮੂਵਮੈਂਟ। ਪਹਿਲੀ ਇਨੀਸ਼ੀਅਲ ਸਟੇਜਸ ਤੇ ਮੈਂ ਇੱਥੇ ਖਾਸ ਤੌਰ ਤੇ ਦੱਸਣਾ ਚਾਹੁੰਦਾ ਤੁਹਾਡੇ ਰਾਹੀਂ, ਤੁਹਾਡੇ ਸਰੋਤਿਆਂ ਨੂੰ। ਗਾਂਧੀ ਨੇ ਪਹਿਲਾਂ ਸਪੋਰਟ ਦਿੱਤੀ ਮਹੰਤਾ ਪੁਜਾਰੀਆਂ ਨੂੰ, ਮਹਾਤਮਾ ਗਾਂਧੀ ਨੇ, ਮਹਾਤਮਾ ਕਹਿ ਲਓ ਜੋ ਮਰਜ਼ੀ ਕਹਿ ਲਓ, ਮੋਹਨ ਚੰਦ ਕਰਮਚੰਦ ਗਾਂਧੀ ਜੀ, ਉਸਨੇ ਟੋਟਲ ਸਪੋਰਟ ਦਿੱਤੀ ਮਹੰਤਾ ਪੁਜਾਰੀਆਂ ਨੂੰ। ਫਿਰ ਬਾਅਦ ਦੇ ਵਿੱਚ ਜਦੋਂ ਮਤਲਬ ਉਹਨਾਂ ਦੇ ਕੰਟਰੋਲ ਉੜ ਗਿਆ, ਇੰਨੀ ਵੱਡੀ ਮੂਵਮੈਂਟ ਉਸਨੇ ਕਦੇ ਖੁਆਬ 'ਚ ਨਹੀਂ ਸੀ ਦੇਖੀ ਗਾਂਧੀ ਨੇ। ਇਸ ਕਿਸਮ ਦੀ ਮਾਸ ਅਪਸਰਜ, ਟੋਟਲੀ ਡੈਡੀਕੇਟਿਡ ਟੂ ਏ ਪਰਟੀਕੂਲਰ ਕਾਜ਼, ਕੋਈ ਉਹਨਾਂ ਨੂੰ ਗਾਈਡ ਕਰਨ ਵਾਲਾ ਨਹੀਂ, ਕੋਈ। ਦੇਖੋ ਜਗ੍ਹਾ ਜਗ੍ਹਾ ਲੰਗਰ ਚਲਾ ਦਿੱਤੇ, ਜਿੱਥੇ ਜੱਥੇ ਜਾਂਦੇ ਸੀ ਉੱਥੇ ਜਗ੍ਹਾ ਜਗ੍ਹਾ ਦੇ ਉੱਤੇ ਲੰਗਰ, ਪੈਦਲ ਜਾਂਦੇ ਸੀ। ਹੁਣ ਤੱਕ ਸਾਡੇ ਜਿਹੜੇ ਬਜ਼ੁਰਗ ਆ ਉਸ ਵੇਲੇ ਜਿਨ੍ਹਾਂ ਨੇ ਵਿਚਾਰਿਆਂ ਨੇ ਜਾ ਕੇ ਉਸ ਜੱਥਿਆਂ ਦੇ ਵਿੱਚ ਜੇਲਾਂ ਕੱਟੀਆਂ, ਤਕਲੀਫਾਂ ਕੱਟੀਆਂ, ਪੈਨਸ਼ਨਾਂ ਗਵਾਈਆਂ, ਨੌਕਰੀਆਂ ਗਵਾਈਆਂ, ਕੀ ਨਹੀਂ ਨੁਕਸਾਨ ਹੋਇਆ ਕੌਮ ਦਾ, ਬੇਹੱਦ ਨੁਕਸਾਨ ਹੋਇਆ। ਫਿਰ ਉਸ ਤੋਂ ਬਾਅਦ ਜਦੋਂ ਇਸ ਕਿਸਮ ਦਾ ਤਸ਼ੱਦਦ ਹੋਇਆ, ਇਸ ਕਿਸਮ ਦੀਆਂ ਸ਼ਹਾਦਤਾਂ ਹੋਈਆਂ, ਟੋਟਲੀ ਮਤਲਬ ਕੋਈ ਰੈਜ਼ਿਸਟੈਂਸ ਨਹੀਂ ਦਿੱਤੀ ਸਿੱਖਾਂ ਨੇ, ਟੋਟਲੀ ਨਾਨ ਵਾਇਲੈਂਟ, ਟੋਟਲੀ ਪੀਸਫੁਲ, ਟੋਟਲੀ ਡੈਮੋਕ੍ਰੈਟਿਕ। ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵੇਰ ਇੱਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਟਰਗਲ ਦੇ ਰਾਹੀਂ ਆਈ ਹੋਣ ਦੇ ਵਿੱਚ, ਉਸ ਦੇ ਵਿੱਚ ਭਾਈ ਸਾਹਿਬ ਜੀ ਇੱਕ ਗੱਲ ਹੋਈ ਕਿ ਔਰਤਾਂ ਨੂੰ ਪਹਿਲੀ ਵੇਰ ਰਾਈਟ ਟੂ ਵੋਟ, ਅਡਲਟ ਫਰੈਂਚਾਈਜ਼ ਟੋਟਲੀ, ਚਾਹੇ ਕੋਈ ਔਰਤ ਆ, ਸਿੱਖ ਔਰਤ ਆ, ਉਸ ਨੂੰ ਵੀ ਉਨਾ ਹੀ ਵੋਟ ਦਾ ਅਧਿਕਾਰ ਆ। ਆਪਣੇ ਨੁਮਾਇੰਦੇ ਚੁਣ ਕੇ ਆਪਣੇ ਗੁਰਦੁਆਰਿਆਂ ਦਾ ਜਿਸ ਕਿਸਮ ਦਾ ਬੰਦੋਬਸਤ ਉਹ ਕਰਨਾ ਸਿੱਖੀ ਪਰੰਪਰਾਵਾਂ ਦੇ ਰਾਹੀਂ ਕਰਨਾ ਚਾਹੁਣ, ਉਹ ਹੋਣਾ ਚਾਹੀਦਾ, ਉਹਨਾਂ ਦੇ ਨੁਮਾਇੰਦੇ ਆ। ਤੋ ਇਸੇ ਤਰੀਕੇ ਦੇ ਨਾਲ ਆਦਮੀਆਂ ਨੂੰ ਉੱਥੇ ਮੈਂ ਤੁਹਾਨੂੰ ਖਾਸ ਤੌਰ ਤੇ ਦੱਸਣਾ ਚਾਹੁੰਦਾ, ਇੰਗਲੈਂਡ ਦੇ ਵਿੱਚ ਉਸ ਵੇਲੇ ਔਰਤਾਂ ਨੂੰ ਰਾਈਟ ਟੂ ਵੋਟ ਨਹੀਂ ਸੀ। 1925 ਦੇ ਵਿੱਚ ਇਹ ਐਕਟ ਹੋਣ ਦੇ ਵਿੱਚ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਔਰ ਇਹਨਾਂ ਸ਼ਹਾਦਤਾਂ ਦੇ ਮਗਰੋਂ ਇਹਨਾਂ ਮਤਲਬ ਇਸ ਕਿਸਮ ਦਾ ਅੰਦੋਲਨ ਚੱਲਿਆ, ਸੰਘਰਸ਼ ਚੱਲਿਆ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਆਪਣੀ ਹੀ ਮਿਸਾਲ ਹੈ। ਉਸ ਦੇ ਪੈਰਲਲ ਦਾ ਕੋਈ ਮਿਸਾਲ ਨਹੀਂ ਦੁਨੀਆ ਦੇ ਇਤਿਹਾਸ ਦੇ ਵਿੱਚ। ਤੋ ਉਸ ਸਟਰਗਲ ਦੇ ਵਿੱਚੋਂ, ਉਸ ਸੰਘਰਸ਼ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਔਰ ਉਹਦਾ ਉਹ ਜਿਹੜਾ ਉਹਨਾਂ ਦਾ ਮਹੰਤਾ ਪੁਜਾਰੀਆਂ ਦਾ ਕੰਟਰੋਲ ਸੀ ਉਹ ਵਿਡਰਾ ਹੋ ਗਿਆ। ਇਹ ਲਿਬਰੇਸ਼ਨ ਮੂਵਮੈਂਟ ਮੈਂ ਖਾਸ ਤੌਰ ਤੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ। ਕਈ ਇਹ ਲਫ਼ਜ਼ ਯੂਜ਼ ਕਰਦੇ ਆ, ਅੰਗਰੇਜ਼ਾਂ ਦਾ ਦਿੱਤਾ ਲਫ਼ਜ਼ ਆ ਕਿ ਗੁਰਦੁਆਰਾ ਰਿਫਾਰਮ ਮੂਵਮੈਂਟ। ਰਿਫਾਰਮ ਦਾ ਮਤਲਬ ਹੁੰਦਾ ਚੇਂਜ ਕਰਨਾ, ਚੇਂਜ ਨਹੀਂ ਸੀ ਕਰਨਾ, ਉਹਨਾਂ ਨੂੰ ਆਜ਼ਾਦ ਕਰਾਉਣਾ ਸੀ ਗੁਰਦੁਆਰਿਆਂ ਨੂੰ। ਔਰ ਉਸੇ ਪਿਓਰਿਟੀ, ਜਿਹੜੀ ਪਿਓਰਿਟੀ ਸੈਂਕਟੀਫਾਈਡ ਆ ਬਾਈ ਗੁਰੂ, ਜਿਹੜੀ ਸੈਂਕਟੀਫਾਈਡ ਆ ਬਾਈ ਗੁਰੂ ਗ੍ਰੰਥ ਸਾਹਿਬ, ਉਸ ਕਿਸਮ ਦਾ ਸਾਰਾ ਜਿਹੜਾ ਉੱਥੇ ਦਾ ਬੰਦੋਬਸਤ ਹੋਏਗਾ, ਨਾ ਕਿ ਮਹੰਤਾ ਪੁਜਾਰੀਆਂ ਦਾ, ਨਾ ਕਿਸੇ ਹੋਰ ਧਰਮਾਂ ਦਾ ਇਸ ਕਿਸਮ ਦੇ ਇਨਫਲੂਐਂਸਿਸ ਉਸ ਤੋਂ ਵਿਡਰਾ ਕਰਨੇ। ਤੋ ਇੱਕ ਬਹੁਤ, ਔਰ ਇਸ ਦੇ ਵਿੱਚ ਮਤਲਬ ਜਿਹੜੇ ਵਿਚਾਰੇ
ਨੀਚਲੇ ਵਰਗ ਦੇ ਲੋਕ ਸੀ, ਉਹਨਾਂ ਨੂੰ ਵੀ ਉਹੀ ਅਧਿਕਾਰ। ਤਾਂ ਬਹੁਤ ਵੱਡੀ ਗੱਲ ਹੈ ਪਾਰਟਿਸਿਪੇਟ ਕਰਨਾ। ਆਪਣੇ ਗੁਰਦੁਆਰਿਆਂ ਨੂੰ, ਆਪਣੇ ਧਾਰਮਿਕ ਜੋ ਸਥਾਨ ਆ, ਸਤਿਕਾਰਿਤ ਸਥਾਨ ਆ, ਇਤਿਹਾਸਿਕ ਸਥਾਨ ਆ, ਜਿਨ੍ਹਾਂ ਦੇ ਜ਼ਰੇ ਜ਼ਰੇ ਦੇ ਵਿੱਚੋਂ ਸਿੱਖਾਂ ਦੀਆਂ ਸ਼ਹਾਦਤਾਂ ਬੋਲਦੀਆਂ, ਔਰ ਗੁਰੂਆਂ ਦੇ ਆਪਣੇ ਸੰਕਲਪ ਆ, ਉਹ ਗੁਰੂਆਂ ਦੇ ਆਪਣੇ ਸੰਕਲਪ ਹੈ, ਉਹਨਾਂ ਦੀ ਆਪਣੀ ਆਈਡੀਓਲੋਜੀ ਉਸ ਦੇ ਵਿੱਚੋਂ ਸਾਨੂੰ ਮਿਲਦੀ ਹੈ, ਦੇਖਣ ਨੂੰ ਮਿਲਦੀ ਹੈ। ਉਹ ਸਾਡੇ ਮਨਾਂ ਤੇ ਮਾਨਸਿਕਤਾ ਤੇ ਪ੍ਰਭਾਵ ਪਾਉਂਦੀ ਹੈ। ਅਕਾਲੀ ਦਲ ਦਾ ਇਤਿਹਾਸ ਹੈ ਜਿਹੜਾ ਬਹੁਤ ਕੁਰਬਾਨੀਆਂ ਭਰਿਆ ਰਿਹਾ ਹੈ, ਚਾਹੇ ਉਹ ਜੈਤੋ ਮੋਰਚੇ ਦੀ ਗੱਲ ਕਰ ਲਈਏ, ਚਾਹੇ ਉਹ ਕਪੂਰੀ ਮੋਰਚੇ ਦੀ ਗੱਲ ਕਰ ਲਈਏ, ਸੋ ਜੇਲ੍ਹ ਭਰੋ ਅੰਦੋਲਨ ਦੀ ਗੱਲ ਕਰ ਲਈਏ। ਉਸ ਤੋਂ ਬਾਅਦ ਮੇਰਾ ਪਹਿਲਾ ਵੀ ਸਵਾਲ ਹੀ ਸੀ, ਮੈਂ ਫਿਰ ਉੱਥੇ ਆ ਰਿਹਾ, ਤੁਸੀਂ ਦੱਸਤਾ ਕਿ ਅਕਾਲੀ ਦਲ ਹੋਂਦ 'ਚ ਕਿਉਂ ਆਇਆ ਸੀ। ਸੋ ਹੁਣ ਮੇਰਾ ਜਿਹੜਾ ਸਵਾਲ ਹੈ ਕਿ ਅੱਜ ਅਕਾਲੀ ਦਲ ਨੂੰ ਕਿੱਥੇ ਖੜਾ ਦੇਖਦੇ ਹੋ? ਜਿਹੜਾ ਅਕਾਲੀ ਦਲ ਸ਼ੁਰੂ ਹੋਇਆ ਸੀ ਉਦੋਂ ਅਕਾਲੀ ਦਲ ਕੀ ਸੀ ਤੇ ਹੁਣ ਇਸ ਵੇਲੇ ਅਕਾਲੀ ਦਲ ਕੀ ਹੈ? ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਉਸ ਵੇਲੇ ਜਿਹੜਾ ਅਕਾਲੀ ਦਲ ਸੀ, ਅਕਾਲ ਨੂੰ ਐਡਰੈਸਡ ਸੀ, ਅਕਾਲ ਟਾਈਮਲੈਸ, ਅਕਾਲ ਪੁਰਖ ਨੂੰ। ਅੱਜ ਜਿਹੜਾ ਅਕਾਲੀ ਦਲ ਆ ਉਹ ਕਿਸ ਨੂੰ ਐਡਰੈਸ ਕਰ ਰਿਹਾ? ਸੁਖਬੀਰ ਸਿੰਘ ਬਾਦਲ ਨੂੰ, ਬਾਦਲ ਦੇ ਪਰਿਵਾਰ ਨੂੰ ਐਡਰੈਸ ਕਰ ਰਿਹਾ। 1994 ਦੀ ਇਸੇ ਕਰਕੇ ਉਹਦਾ ਨਾਮ ਅਕਾਲੀ ਦਲ ਰੱਖਿਆ ਗਿਆ। ਨਹੀਂ, ਹਾਂ, ਅਕਾਲ ਨੂੰ ਜੇ ਐਡਰੈਸ ਕਰਦੇ ਸੀ ਤਾਂ ਇਸੇ ਕਰਕੇ ਉਹਦਾ ਨਾਮ ਅਕਾਲੀ ਦਲ ਰੱਖਿਆ ਗਿਆ। ਹਾਂ, ਇਸੇ ਕਰਕੇ ਅਕਾਲੀ ਦਲ ਦਾ ਮਤਲਬ ਜੱਥਾ, ਅਕਾਲ ਦਾ ਮਤਲਬ ਅਕਾਲ ਨੂੰ ਅਸੀਂ ਮੰਨਦੇ ਹਾਂ ਟਾਈਮਲੈਸ ਗੋਡ, ਟਾਈਮਲੈਸ ਗੋਡ ਹੈ। ਤੋ ਜਿਸ ਦਾ ਕੋਈ ਆਕਾਰ ਨਹੀਂ, ਜਿਸ ਦਾ ਕੋਈ ਟਾਈਮ ਦੇ ਵਿੱਚ ਮਾਊਂਡ ਨਹੀਂ, ਮਤਲਬ ਪਰਮਾਤਮਾ ਨੂੰ ਅਸੀਂ ਉਸ ਨੂੰ ਸਮਰਪਿਤ ਹੈ ਕਿ ਸਾਰੀ ਸਿੱਖ। ਅਕਾਲੀ ਦਲ ਬਾਦਲ ਨੂੰ ਐਡਰੈਸ ਕਰਦਾ। ਹੁਣ ਜਿਹੜਾ ਇਹ ਅਕਾਲੀ ਦਲ ਹੈ ਅੱਜ ਦਾ ਮੌਜੂਦਾ, ਉਹਦੇ ਨਾਲ ਇੱਕ ਸ਼ਬਦ ਜੁੜ ਗਿਆ, ਅਕਾਲੀ ਦਲ ਬਾਦਲ। ਹਾਂਜੀ, ਹੁਣ ਬਾਦਲ ਨੂੰ ਐਡਰੈਸਡ ਹੈ, ਇੱਕ ਪਰਿਵਾਰ ਨੂੰ ਐਡਰੈਸਡ ਹੈ। ਬਾਦਲ ਦੇ ਅੱਗੇ ਜਿਹੜਾ ਬੇਟਾ ਛੋਟਾ, ਉਸ ਨੂੰ ਵੀ ਅੱਗੇ ਜਾ ਕੇ ਉਸਨੇ ਪ੍ਰਧਾਨ ਬਣਨਾ। ਉਸ ਅਕਾਲੀ ਦਲ ਦਾ ਜਿਹੜਾ ਇੱਕ ਪਰਿਵਾਰਵਾਦੀ ਅਕਾਲੀ ਦਲ ਹੈ, ਉਹ ਮਤਲਬ ਸਿੱਖ ਕੌਮ ਨੂੰ ਸਮਰਪਿਤ ਨਹੀਂ ਹੈ, ਉਹ ਅਕਾਲ ਨੂੰ ਸਮਰਪਿਤ ਨਹੀਂ, ਉਹ ਗੁਰੂ ਨੂੰ ਸਮਰਪਿਤ ਨਹੀਂ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨਹੀਂ। ਉਹ ਤਾਂ ਸਿਰਫ ਸਮਰਪਿਤ ਹੈ ਇੱਕ ਪਰਿਵਾਰ ਨੂੰ। ਔਰ ਜਿਸ ਪਰਿਵਾਰ ਨੇ ਆਪਣੇ ਚਲਾਕੀਆਂ, ਚੁਸਤੀਆਂ, ਬੇਈਮਾਨੀਆਂ ਦੇ ਨਾਲ ਲੋਕਾਂ ਨੂੰ ਲੁੱਟ ਮਾਰ ਕਰਕੇ ਕਰੋੜਾਂ ਅਰਬਾਂ ਖਰਬਾਂ ਰੁਪਈਆ ਬਣਾਇਆ, ਉਸ ਦੀਆਂ ਜਾਇਦਾਦਾਂ ਬਣਾਈਆਂ। ਤਾਂ ਉਹ ਜਿਹੜੇ ਅਕਾਲੀ ਦਲ ਪਹਿਲੇ ਸੀ, ਉਹਨਾਂ ਦੇ ਵਿੱਚ ਜਿਹੜੇ ਲੋਕ ਆਉਂਦੇ ਸੀ, ਉਹ ਕੁਝ ਦੇਣ ਆਉਂਦੇ ਸੀ। ਅੱਜ ਦਾ ਜਿਹੜਾ ਅਕਾਲੀ ਦਲ ਆ, ਕੋਈ ਵੀ ਉਸ ਦਾ ਮੈਂਬਰ ਆ, ਉਹ ਕਹਿੰਦਾ ਵੀ ਮੈਨੂੰ ਕੀ ਦਿਓਗੇ, ਕਿਹੜੀ ਕੰਸਟੀਚੁਐਂਸੀ ਦਾ ਮੈਨੂੰ ਟਿਕਟ ਮਿਲੂ, ਕਿਹੜੀ ਮੈਂ ਕੋਠੀ ਦੱਬਣੀ ਆ ਜੇ ਅਕਾਲੀ ਦਲ ਜਦੋਂ ਮਤਲਬ ਪਾਵਰ ਦੇ ਵਿੱਚ ਆ ਰਿਹਾ। ਇਸ ਕਿਸਮ ਦੀ ਗਿਰਾਵਟ ਅਕਾਲੀ ਦਲ ਦੇ ਵਿੱਚ ਆ ਰਹੀ ਹੈ, ਜਿਹੜੀ ਸੁਣੀ ਨਹੀਂ ਜਾ ਸਕਦੀ, ਜਿਹੜੀ ਜ਼ਬਾਨ ਚੋਂ ਕਹੀ ਨਹੀਂ ਜਾ ਸਕਦੀ। ਕਿੱਡੀ ਬੜੀ ਮਤਲਬ ਇਤਿਹਾਸਿਕ ਸਾਡੀ ਕੰਟਰੀਬਿਊਸ਼ਨ, ਕਿੱਡਾ ਬੜਾ। ਔਰ ਉਸ ਦੇ ਵਿੱਚ ਵੀ ਮਜਬੂਰ ਹੋ ਕੇ ਗਾਂਧੀ ਨੂੰ ਇਹ ਗੱਲ ਕਹਿਣਾ ਕਿ ਇਹਦੇ ਫਸਟ ਵਾਰ ਆਫ ਇੰਡੀਆ ਇੰਡੀਪੈਂਡੈਂਸ ਵਨ, ਜਦੋਂ ਕੰਟਰੋਲ ਦਿੱਤਾ, ਚਾਬੀਆਂ ਹੈਂਡ ਓਵਰ ਕੀਤੀਆਂ, ਉਹਨੇ ਤਾਰ ਦਿੱਤੀ ਗਾਂਧੀ ਨੇ। ਗਾਂਧੀ ਦੇ ਇਹ ਮਤਲਬ ਇਮੈਜੀਨੇਸ਼ਨ 'ਚ ਨਹੀਂ ਸੀ ਵੀ ਸਿੱਖਾਂ ਦੇ ਕੋਲ ਇਸ ਕਿਸਮ ਦਾ ਪੋਟੈਂਸ਼ੀਅਲ ਹੈ ਕਿ ਉਹ ਐਡੀ ਮਜ਼ਬੂਤ ਜਿਹੜੀ ਤਾਕਤ ਹੈ ਉਸ ਨੂੰ ਹਿਲਾ ਸਕਦੇ ਆ। ਅੰਗਰੇਜ਼ਾਂ ਦੀ ਕਿੱਡੀ ਬੜੀ ਤਾਕਤ ਸੀ, ਕਿੱਡਾ ਬੜਾ ਉਹਨਾਂ ਦੇ ਕੋਲ ਕੰਟਰੋਲ ਸੀ, ਆਟੋਕ੍ਰੈਟਿਕ ਗਵਰਨਮੈਂਟ ਸੀ, ਦੇ ਵਰ ਨਾਟ ਆਨਸਰੇਬਲ ਟੂ ਦੀ ਪੀਪਲ। ਤੋ ਉਸ ਸਰਕਾਰ ਦੀਆਂ ਮਤਲਬ ਜਿਹੜੀਆਂ ਹੈਗੀਆਂ ਨੀਹਾਂ ਹਿਲਾ ਦਿੱਤੀਆਂ ਸਿੱਖਾਂ ਨੇ, ਹਿਲਾ ਦਿੱਤੀਆਂ। ਕੋਈ ਅਕਾਲੀਆਂ ਨੇ ਵਾਇਲੈਂਸ ਨਹੀਂ ਵਿਚਾਰਿਆਂ ਨੇ ਕੀਤੀ, ਨੰਗੇ ਪੈਰੀ ਉਹ ਜਾਂਦੇ ਰਹੇ ਮੋਰਚਿਆਂ ਦੇ ਵਿੱਚ। ਮੈਂ ਜੈਤੋ ਦੇ ਕੋਲ ਮੇਰਾ ਪਿੰਡ ਹੈ, ਮੈਂ ਆਈ ਬਿਲੋਂਗ ਟੂ ਦੈਟ ਏਰੀਆ। ਤੋ ਮੇਰਾ ਮਤਲਬ ਸਾਡਾ ਮਤਲਬ ਸੰਘਰਸ਼ ਇਤਨਾ ਬੜਾ, ਇਤਨਾ ਸੁਨਹਿਰਾ ਸੰਘਰਸ਼ ਆ, ਇਤਨਾ ਮਤਲਬ ਜਿਸ ਦੇ ਉੱਤੇ ਕੋਈ ਕਾਲਾ ਧੱਬਾ ਹੀ ਨਹੀਂ। ਕਿਸੇ ਇੱਕ ਅਕਾਲੀ ਦਲ ਦੇ ਮੈਂਬਰ ਨੇ ਸਰੈਂਡਰ ਨਹੀਂ ਕੀਤਾ ਕਿ ਮੈਂ ਹੁਣ ਸਰਕਾਰ ਦਾ ਪੱਖ ਮਤਲਬ ਪੂਰਾ। ਉਹ ਸਿਰਫ ਤੇ ਸਿਰਫ ਸਮਰਪਿਤ ਸੀ ਕਿ ਗੁਰੂ ਨੂੰ, ਗੁਰੂ ਦੇ ਆਸ਼ੇ ਦੇ ਉੱਤੇ, ਗੁਰੂ ਦੀ ਵਿਚਾਰਧਾਰਾ ਦੇ ਉੱਤੇ, ਗੁਰੂ ਦੀ ਆਈਡੀਓਲੋਜੀ ਦੇ ਉੱਤੇ ਉਹਨਾਂ ਨੇ ਸਾਰਾ ਸੰਘਰਸ਼ ਲੜ ਕੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ। ਤੋ ਆ ਗੁਰਦੁਆਰੇ ਆਜ਼ਾਦ ਕਿਹਨਾਂ ਤੋਂ ਹੋਏ? ਸਰਕਾਰ ਤੋਂ ਆਜ਼ਾਦ ਹੋਏ। ਜਿਹੜਾ ਸਰਬਰਾਹ ਸੀ ਉਹ ਸਰਕਾਰ ਅਪਾਇੰਟ ਕਰਦੀ ਸੀਗੀ। ਉਸ ਤੋਂ ਇਲਾਵਾ ਕੀ ਸੀ, ਜਿਹੜੇ ਮਹੰਤ ਪੁਜਾਰੀ ਸੀ, ਦੇ ਵਰ ਆਨਸਰੇਬਲ ਟੂ ਦੀ ਗਵਰਨਮੈਂਟ, ਜਿਨ੍ਹਾਂ ਦੇ ਕੋਲ ਕੰਟਰੋਲ ਸੀ, ਉਹਨਾਂ ਤੋਂ ਆਜ਼ਾਦ ਕੀਤਾ। ਫਿਰ ਉਹ ਕਿਸ ਕਿਸਮ ਦੀਆਂ ਉੱਥੇ ਪਰੰਪਰਾਵਾਂ ਇੰਟਰੋਡਿਊਸ ਕਰਦੇ ਸੀਗੇ ਜਿਹੜੀਆਂ ਐਂਟੀ ਸਿੱਖਿਜ਼ਮ ਸੀਗੀ। ਤੋ ਉਹ ਮਤਲਬ ਇਹ ਹੋ ਗਿਆ ਸਾਰਾ, ਤੁਸੀਂ ਡਿਟੇਲ ਦੱਸਤੀ। ਮੇਰਾ ਸਿਰਫ ਇਹੋ ਸਵਾਲ ਸੀ ਕਿ ਹੁਣ ਅਕਾਲੀ ਦਲ ਕਿੱਥੇ ਖੜਾ ਹੈ ਅੱਜ ਦੀ ਡੇਟ 'ਚ? ਅਕਾਲੀ ਦਲ ਨੂੰ ਕਿੱਥੇ ਦੇਖਦੇ ਹੋ? ਕਿਉਂਕਿ ਅਕਾਲੀ ਦਲ 100 ਸਾਲਾ
ਜਿਹੜਾ ਸ਼ਤਾਬਦੀ ਆ ਉਹਨਾਂ ਦੀ 100 ਸਾਲ ਅਕਾਲੀ ਦਲ ਦੀ ਹੋਂਦ ਨੂੰ ਹੋ ਗਏ ਆ, ਉਹਦੀ ਅੱਜ ਬੜੇ ਵੱਡਾ ਇਕੱਠ ਕਰਕੇ ਬੜੇ ਜਸ਼ਨ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮੋਗੇ ਦੇ ਵਿੱਚ ਰੈਲੀ ਕੀਤੀ ਹੈ, ਵੱਡਾ ਇਕੱਠ ਕੀਤਾ ਔਰ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੀ ਅਗਲੀ ਸਰਕਾਰ ਹੈ ਉਹ ਫਿਰ ਪੰਜਾਬ ਦੇ ਵਿੱਚ ਅਕਾਲੀਆਂ ਦੀ ਬਣਨ ਜਾ ਰਹੀ ਹੈ। ਦੇਖੋ ਜਿਹੜੇ ਉਹ ਅਕਾਲੀ ਦਲ ਵਾਲੇ ਸੀਗੇ ਉਹ ਕੁਝ ਦੇਣ ਆਉਂਦੇ ਸੀ ਵੀ ਅਸੀਂ ਦੇਣਾ ਹੈ, ਅਸੀਂ ਮਤਲਬ ਸ਼ਹਾਦਤ ਦੇਣੀ ਹੈ, ਅਸੀਂ ਮੋਰਚਿਆਂ 'ਚ ਜਾਣਾ, ਅਸੀਂ ਜੇਲ੍ਹਾਂ 'ਚ ਜਾਣਾ, ਅਸੀਂ ਕੁਝ ਕੱਟਣਾ ਨਹੀਂ ਉਸ ਦੇ ਵਿੱਚ। ਅੱਜ ਦਾ ਜਿਹੜਾ ਅਕਾਲੀ ਦਲ ਹੈ, ਮਾਫ ਕਰਨਾ, ਉਹ ਉਸ ਦੇ ਵਿੱਚ ਕੌਣ ਆ, ਮੈਂ ਕੁਝ ਲੈਣਾ, ਮੈਂ ਕੀ ਲੈਣਾ, ਉੱਥੇ ਲੈਣ ਦੇਣ ਦਾ ਹਿਸਾਬ ਹੋ ਰਿਹਾ। ਮੈਨੂੰ ਕਿੱਥੋਂ ਟਿਕਟ ਮਿਲੇਗੀ, ਮੈਨੂੰ ਐਮਐਲਏ ਦੀ ਟਿਕਟ ਮਿਲੂਗੀ ਜਾਂ ਮਤਲਬ ਪਾਰਲੀਮੈਂਟ ਦੀ ਟਿਕਟ ਮਿਲੂਗੀ, ਫਿਰ ਮੈਨੂੰ ਕਿਸੇ ਕਾਰਪੋਰੇਸ਼ਨ, ਜੇ ਉਧਰ ਨਾ ਬਣੂ ਕਾਰਪੋਰੇਸ਼ਨ ਦਾ ਜਾਂ ਕਿਸੇ ਮਤਲਬ ਜਥੇਦਾਰ ਬਣੂ ਕਿਸੇ ਮਤਲਬ ਤਹਿਸੀਲ ਦਾ ਜਾਂ ਜ਼ਿਲ੍ਹੇ ਦਾ ਜਾਂ ਜੋ ਵੀ ਇਲਾਕੇ ਦਾ, ਤਾਂ ਉਸ ਦੇ ਨਾਲ ਮੈਂ ਕੀ ਕਰੂੰਗਾ। ਫਿਰ ਉਹ ਅੱਗੇ ਉਹਨਾਂ ਦਾ ਮੋਟਿਵ ਡਿਟਰਮਿਨਡ ਆ, ਮਤਲਬ ਪੂਰੇ ਫਿਕਸਡ ਹੈ ਕਿ ਉਹ ਬਣ ਕੇ ਫਿਰ ਅਸੀਂ ਲੁੱਟੋ ਮਾਰਾਂਗੇ। ਇਹ ਸਾਰੇ ਪੰਜਾਬ ਨੂੰ ਕਿ ਦੁਨੀਆ ਨੂੰ ਜਗ ਜ਼ਾਹਰ ਹੈ। ਉਹ ਅਕਾਲ ਨੂੰ ਜਿਹੜਾ ਐਡਰੈਸਡ ਅਕਾਲੀ ਦਲ ਹੈ ਉਹ ਨਹੀਂ ਹੈ, ਇਹ ਇੱਕ ਪਰਿਵਾਰ ਨੂੰ ਐਡਰੈਸਡ ਹੈ, ਫਿਰ ਉਹ ਆਪਣੇ ਸਵਾਰਥਾਂ ਨੂੰ ਐਡਰੈਸਡ ਹੈ। ਅੱਛਾ, ਇੱਕ ਗੱਲ ਦੱਸੋ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਬਾਅਦ ਕੀ ਕਾਰਨ ਹੈ ਕਿ ਹੁਣ ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨੇ ਉਹ ਬਹੁਤ ਲੰਮਾ ਸਮਾਂ ਹੋ ਗਿਆ, ਉਹ ਸਿਰਫ ਬਾਦਲ ਪਰਿਵਾਰ ਹੀ ਹੈ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਜਦੋਂ 2007 ਚ ਮੁੱਖ ਮੰਤਰੀ ਬਣਦੇ ਨੇ, ਉਸ ਤੋਂ ਬਾਅਦ ਉਹ ਆਪਣੀ ਸਿਹਤ ਨਾਸਾਜ਼ ਹੋਣ ਕਰਕੇ ਰੁਝੇਵਿਆਂ ਕਰਕੇ ਉਹ ਪਹਿਲਾਂ ਕਾਰਜਕਾਰੀ ਪ੍ਰਧਾਨ ਲਾਉਂਦੇ ਨੇ ਸੁਖਬੀਰ ਸਿੰਘ ਬਾਦਲ ਨੂੰ, ਫਿਰ ਹੌਲੀ ਹੌਲੀ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਸੁਖਦੇਵ ਸਿੰਘ ਢੀਂਡਸਾ ਪਹਿਲਾਂ ਸੱਤਾ ਦਾ ਖੂਬ ਆਨੰਦ ਮਾਣਦੇ ਨੇ, ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦਾ ਬੇਟਾ ਖੂਬ ਆਨੰਦ ਮਾਣਦਾ ਹੈ ਅਕਾਲੀ ਦਲ ਦੇ ਵਿੱਚ 10 ਸਾਲ ਲਗਾਤਾਰ। ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਅਕਾਲੀ ਦਲ ਹੈ ਜਿਹੜਾ ਆਪਣੇ ਅਸਲ ਮੁੱਦਿਆਂ ਤੋਂ ਭਟਕ ਗਿਆ, ਇਹ ਅਕਾਲੀ ਦਲ ਉਹ ਨਹੀਂ ਰਹਿ ਗਿਆ, ਇਹ ਬਾਦਲ ਦੇ ਪਰਿਵਾਰ ਦਾ ਕਬਜ਼ਾ ਹੈ ਇਹਦੇ ਤੇ, ਬਾਦਲ ਪਰਿਵਾਰ ਦਾ ਅਕਾਲੀ ਦਲ। ਮਤਲਬ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਜਾਂ ਸੱਤਾ ਭੋਗ ਕੇ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਦੋਸ਼ ਲਾਏ ਨੇ, ਜਦ ਕਿ ਜਦੋਂ ਅਕਾਲੀ ਦਲ ਪਾਵਰ 'ਚ ਸੀ ਇਹਨਾਂ ਸਾਰਿਆਂ ਨੇ ਪਾਵਰਾਂ ਵਰਤੀਆਂ ਵੀ ਗਈਆਂ। ਸੋ ਮੇਰਾ ਇਹ ਸਵਾਲ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਬਾਅਦ ਕੀ ਸਿੱਖ ਕੌਮ ਕੋਲ ਬਾਦਲ ਪਰਿਵਾਰ ਤੋਂ ਇਲਾਵਾ ਕੋਈ ਇਸ ਤਰ੍ਹਾਂ ਦਾ ਚਿਹਰਾ ਨਹੀਂ ਬਚਿਆ ਜਿਹਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕੇ, ਜਾਂ ਬਾਦਲ ਪਰਿਵਾਰ ਨੇ ਉਸ ਤਰੀਕੇ ਪ੍ਰਭਾਵ ਬਣਾ ਲਿਆ ਸਿੱਖਾਂ ਤੇ ਕਿ ਕੋਈ ਹੋਰ ਆਪਣੀ ਦਾਅਵੇਦਾਰੀ ਵੀ ਪੇਸ਼ ਨਹੀਂ ਕਰਦਾ? ਤੁਸੀਂ ਇੱਥੇ ਮੈਂ ਤੁਹਾਨੂੰ ਖਾਸ ਤੌਰ ਤੇ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਜੀ। ਤੁਸੀਂ ਹਰਚੰਦ ਸਿੰਘ ਲੌਂਗੋਵਾਲ ਦੀ ਗੱਲ ਕਰ ਰਹੀ ਹੈ ਨਾ, ਬਾਰ-ਬਾਰ 2-3 ਵਾਰੀ ਤੁਸੀਂ ਰਿਪੀਟ ਕੀਤੀ। ਉਸ ਬੰਦੇ ਨੇ ਸਿੱਖ ਕੌਜ਼ ਨੂੰ ਬਹੁਤ ਵੱਡੀ ਬਿਟਰੇਲ ਕੀਤੀ ਹੈ ਜੀ। ਰਾਜੀਵ ਲੌਂਗੋਵਾਲ ਅਕਾਰਡ ਜਿਹੜਾ ਸੀ ਉਹ ਬੜੀ ਵੱਡੀ ਬਿਟਰੇਲ ਆ, ਉਸ ਦੀ 9ਵੀਂ ਮੱਦ ਆ, ਉਹ ਸਾਰਾ ਮੇਰਾ ਡਿਟੇਲ ਚ ਲਿਖਿਆ ਹੋਇਆ ਆਪਣੀ ਕਿਤਾਬ ਦੇ ਵਿੱਚ, ਇੱਕ ਉਸ ਦਾ 3 ਪੇਜ ਦਾ ਉਹ ਐਗਰੀਮੈਂਟ ਹੈਗਾ। ਔਰ ਉਸ ਐਗਰੀਮੈਂਟ ਦੇ ਵਿੱਚ ਇਸ ਨੇ ਆਪ ਲਿਖ ਕੇ ਦਿੱਤਾ ਲੌਂਗੋਵਾਲ ਨੇ ਕਿ ਮੈਂ SYL ਆਪ ਪਟ ਕੇ ਦਊਂਗਾ 1986 ਤੱਕ ਮੈਂ ਪਟ ਕੇ ਦਊਂਗਾ। ਤੋ ਇਹ ਗੱਲ ਬਹੁਤ ਵੱਡੀ ਬਿਟਰੇਲ ਸੀ, ਜਿਸ ਗੱਲ ਤੇ ਉੱਤੇ ਮੋਰਚਾ ਚੱਲਿਆ, ਕਪੂਰੀ ਮੋਰਚਾ ਚੱਲਿਆ, ਫਿਰ ਉਹ ਧਰਮੀ ਯੁੱਧ ਮੋਰਚੇ ਤਬਦੀਲ ਹੋ ਗਿਆ, ਦਰਬਾਰ ਸਾਹਿਬ ਟਹਿ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਟਹਿ ਗਿਆ। ਕਿਤਨਾ ਜ਼ੁਲਮੋ ਸਿਤਮ ਹੋਇਆ ਪੰਜਾਬ ਦੇ ਵਿੱਚ। ਉਸ ਜ਼ੁਲਮੋ ਸਿਤਮ ਦੇ ਵਿੱਚੋਂ ਇਸ ਬੰਦੇ ਨੇ ਸਭ ਤੋਂ ਵੱਡੀ ਬਿਟਰੇਲ ਕੀਤੀ ਲੌਂਗੋਵਾਲ। ਇਹ ਸਭ ਤੋਂ ਵੱਡਾ ਫਾਲ ਆ ਅਕਾਲੀ ਦਲ ਦਾ। ਕਿੱਡਾ ਬੜਾ ਸੰਘਰਸ਼, ਕਿੰਨੀਆਂ ਬੜੀਆਂ ਸ਼ਹਾਦਤਾਂ। ਔਰ ਮੈਂ ਤੁਹਾਨੂੰ ਇੱਥੇ ਖਾਸ ਤੌਰ ਤੇ ਇਤਿਹਾਸ ਦੇ ਸੰਦਰਭ ਦੇ ਵਿੱਚ ਇੱਕ ਗੱਲ ਦੱਸਣੀ, ਪਰ ਰਾਜੀਵ ਲੌਂਗੋਵਾਲ ਜਿਹੜਾ ਸਮਝੌਤਾ ਸੀ ਉਹ 'ਚ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕੁਝ ਪੰਜਾਬ ਪੱਖੀ ਸੀ ਨਾ, ਪੰਜਾਬ ਪੱਖੀ ਕੱਖ ਨਹੀਂ ਸੀ ਜੀ। ਜਿਸ ਗੱਲ ਤੇ ਮੈਂ ਤੁਹਾਨੂੰ ਇਹੀ ਤਾਂ ਬੇਨਤੀ ਕਰ ਰਿਹਾ, ਜਿਸ ਗੱਲ ਤੇ ਮੋਰਚਾ ਚੱਲਿਆ ਸੀ, ਕਪੂਰੀ ਮੋਰਚਾ ਸੀ, SYL ਤੇ ਚੱਲਿਆ ਸੀ, ਉਸ ਆਪ ਹੀ ਪਟ ਕੇ ਦੇਣ ਦਾ ਉਹਦੇ ਚ ਲਿਖ ਕੇ ਦੇ ਦਿੱਤਾ ਵੀ ਅਸੀਂ ਪਟ ਕੇ ਦੇਵਾਂਗੇ। ਔਰ ਅੱਜ ਤੱਕ ਉਹ ਸਿੱਖਾਂ ਦੇ ਗਲਾਂ ਦੇ ਵਿੱਚੋਂ ਉੱਤਰ ਲੈ ਨਹੀਂ ਰਹੀ ਗੱਲ। ਪੰਜਾਬੀਆਂ ਦੇ ਹਾਂ, ਪੰਜਾਬ ਦੇ ਕਹਿ ਲਓ, ਸਿੱਖਾਂ ਦੇ ਕਹਿ ਲਓ, ਤੁਸੀਂ ਇੱਕੋ ਹੀ ਗੱਲ ਆ। ਤੁਸੀਂ ਸਟਰਗਲ ਤਾਂ ਸਿੱਖਾਂ ਨੇ ਕੀਤੀ ਹੈ ਨਾ ਬਾਈ ਐਂਡ ਲਾਰਜ। ਤੋਂ ਮੇਰਾ ਮਤਲਬ ਕਹਿਣ ਦਾ, ਕਿਉਂਕਿ ਫਾਰਮਰ ਵਿਚਾਰੇ ਸਿੱਖ ਹੀ ਆ ਜਿਹੜੇ ਅੱਜ ਜਿਹੜੇ ਉੱਥੇ ਸਟਰਗਲ ਕਰਕੇ ਆ ਰਿਹਾ, ਕਿੱਡੀ ਬੜੀ ਮਤਲਬ ਉਹਨਾਂ ਦੀ ਜਿੱਤ ਹੈਗੀ ਆ, ਔਰ ਕਿੱਡੀ ਬੜੀ ਸਟਰੋਂਗ ਸਰਕਾਰ ਦੇ ਅਗੇਂਸਟ ਜਿੱਤ ਆ। ਇਸੇ ਕਿਸਮ ਦੀ ਸਿੱਖਾਂ ਨੇ ਬੜੀਆਂ ਸਟਰਗਲਸ ਕੀਤੀਆਂ, ਬੜਾ ਗਲੋਰੀਅਸ ਉਹਨਾਂ ਦਾ ਸੁਨਹਿਰਾ ਇਤਿਹਾਸ ਆ ਸਿੱਖਾਂ ਦਾ। ਤੋਂ ਇਸ ਔਰ ਸਿੱਖਾਂ ਦੇ ਕੋਲ ਇੱਕ ਸ਼ਕਤੀ ਹੈ, ਉਹ ਸ਼ਕਤੀ ਕਿਸ ਦੀ? ਉਹ ਵਿਚਾਰਧਾਰਾ ਗੁਰੂ ਨਾਨਕ ਦੀ।
ਉਸ ਦੀ ਸਪਿਰਿਟ ਆ। ਮੈਂ ਵੀਕ ਮੈਗਜ਼ੀਨ ਦੇ ਵਿੱਚ ਆਰਟੀਕਲ ਲਿਖਿਆ ਸੀ, 14 ਜਨਵਰੀ ਨੂੰ ਉਹ ਛਪਿਆ ਸੀਗਾ ਆਰਟੀਕਲ, ਜਿਸ ਦੇ ਵਿੱਚ ਮੈਂ ਲਿਖਿਆ ਸੀ ਕਿਸਾਨਾਂ ਦੇ ਸੰਘਰਸ਼ ਦੇ ਵਿੱਚ, ਇਸ ਦੇ ਵਿੱਚ ਗੁਰੂ ਨਾਨਕ ਦੀ ਸਪਿਰਿਟ ਆ। ਮੇਰਾ ਸਵਾਲ ਇਹੋ ਸੀ ਹਾਂਜੀ ਕਿ ਕੀ, ਚਲੋ ਉਹ ਡਿਫਰੈਂਟ ਸੀ, ਰਾਜੀਵ ਲੋਂਗੋਵਾਲ ਸਮਝੌਤਾ ਪਾਸੇ ਰਹਿ ਗਿਆ, ਗੱਲ ਇਹ ਹੈ ਕਿ ਉਸ ਤੋਂ ਬਾਅਦ ਅਕਾਲੀ ਦਲ ਨੂੰ ਕੋਈ ਐਸਾ ਚਿਹਰਾ ਨਹੀਂ ਮਿਲਿਆ ਕਿ ਜਿਹੜਾ ਬਾਦਲ ਪਰਿਵਾਰ ਤੋਂ ਬਾਹਰ ਦਾ ਹੋਵੇ ਤੇ ਪ੍ਰਧਾਨ ਬਣਾਇਆ ਜਾ ਸਕੇ। ਉਹ ਤਾਂ ਦੇਖੋ ਉਹਨਾਂ ਨੇ ਗਲਬਾ ਪਾ ਲਿਆ, ਇੱਕ ਜੁੰਡਲੀ ਇਕੱਠੀ ਕਰ ਲਈ ਹੈ ਜੀ, ਜਿਸ ਜਿਹੜਾ ਸਿਰਫ ਪ੍ਰਕਾਸ਼ ਸਿੰਘ ਬਾਦਲ ਦੇ ਆਲੇ ਦੁਆਲੇ ਹੀ ਘੁੰਮਦੀ ਆ, ਜਾਂ ਪਰਿਵਾਰ ਦੇ ਬਾਦਲ ਪਰਿਵਾਰ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਤੋ ਉਹ ਪਰਿਵਾਰ ਦਾ ਗਲਬਾ ਇਤਨਾ ਸਟਰੋਂਗ ਆ ਕਿਉਂਕਿ ਉਹਨਾਂ ਕੋਲ ਬਹੁਤ ਬੜੇ ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਜੀ, ਔਰ ਉਹ ਜਿਹੜੇ ਫਾਈਨੈਂਸ਼ੀਅਲ ਰਿਸੋਰਸਿਸ ਆ ਉਹ ਸਪੈਂਡ ਕਰ ਸਕਦੇ ਆ, 20 25 30 40 50 100 200 ਕਰੋੜ ਰੁਪਈਆ ਖਰਚ ਕਰ ਸਕਦੇ। ਉਹਨਾਂ ਨੂੰ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਇਤਨਾ ਬੜਾ ਉਹਨਾਂ ਦਾ ਤੰਤਰ ਹੈ ਫਾਈਨੈਂਸ਼ੀਅਲ ਕਿ ਉਸ ਦੇ ਉਹਨਾਂ ਨੂੰ 200 400 500 ਕਰੋੜ ਰੁਪਈਆ ਕੋਈ ਮੈਟਰ ਨਹੀਂ ਕਰਦਾ। ਔਰ ਅੱਜ ਕੱਲ੍ਹ ਲੋਕ ਜਿਹੜੇ ਆ ਬਹੁਤੇ ਬਾਈ ਐਂਡ ਲਾਰਜ ਲਾਲਚੀ ਵੀ ਹੋ ਗਏ ਆ। ਸਿੱਖੀ ਸਿਧਾਂਤਾਂ ਤੋਂ ਪਰੇ ਹਟ ਕੇ ਇਹ ਅਕਾਲੀ ਦਲ ਹੈ। ਇਹਦਾ ਮੈਂ ਸਮਝਦਾ ਅਕਾਲੀ ਦਲ ਇਹਦਾ ਮਿਸਨੋਮਰ ਹੈ, ਇਹਦਾ ਨਾਂ ਕੋਈ ਹੋਰ ਰੱਖਣਾ ਚਾਹੀਦਾ ਕਿਉਂਕਿ ਇਹ ਸਿਧਾਂਤਾਂ ਤੋਂ ਬਿਲਕੁਲ ਉਲਟ ਹੈ ਹੁਣ ਦਾ ਅਕਾਲੀ ਦਲ, ਐਬਸੋਲੂਟਲੀ ਉਲਟ ਹੈ। ਸਿੱਖੀ ਸਿਧਾਂਤ ਇਹ ਸੀ ਉਸ ਵੇਲੇ ਵਿਚਾਰੇ ਜਿਹੜੇ ਅਕਾਲੀ ਸੀਗੇ ਉਹ ਤਾਂ ਗੁਟਕਾ ਰੱਖਦੇ ਸੀ ਆਪਣੇ ਕੋਲ, ਪਾਠ ਕਰਦੇ ਸੀ, ਸਾਦਾ ਜੀਵਨ ਸੀ, ਸਾਦਾ ਕੱਪੜੇ ਸੀ, ਸਾਦਾ ਉਹਨਾਂ ਦਾ ਰਹਿਣਾ ਸਹਿਣਾ ਸੀ। ਉਹ ਤਾਂ ਵਿਚਾਰੇ ਸਿੱਖੀ ਨੂੰ ਸਮਰਪਿਤ ਸੀਗੇ, ਉਹ ਤਾਂ ਕਿਤੇ ਲੁੱਟਮਾਰ ਕਰਦੇ ਨਹੀਂ ਸੀ, ਉਹ ਤਾਂ ਰਿਸ਼ਵਤਖੋਰੀ ਕਰਦੇ ਨਹੀਂ ਸੀ। ਅੱਜ ਦਾ ਜਿਹੜਾ ਇਹ ਅਕਾਲੀ ਦਲ ਹੈ ਇਹਦੇ 'ਚ ਤਾਂ ਸਾਰੀਆਂ ਇਹ ਵਹਿਬਤਾਂ ਹੈਗੀਆਂ, ਇਹ ਸਾਰਾ ਕੁਛ ਲੁੱਟਮਾਰ ਕਰਦੇ, ਔਰ ਉਹਨਾਂ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਕੰਮ ਕਰਦੀ ਹੈ ਵੀ ਜਦੋਂ ਇਹ ਅਕਾਲੀ ਦਲ ਤਾਕਤ 'ਚ ਆਏਗਾ ਮੈਂ ਐਂ ਕਰ ਲੂੰ, ਮੈਂ ਆਉਂ ਕਰ ਲੂੰ, ਮੈਂ ਇੰਨੀਆਂ ਕੋਠੀਆਂ ਬਣਾ ਲੂੰ, ਮੈਂ ਇੰਨੀਆਂ ਜ਼ਮੀਨਾਂ। ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂ ਪਾਠ ਵੀ ਕਰਦਾ ਤੇ ਸ਼੍ਰੀ ਸਾਹਿਬ ਵੀ ਪਾਇਆ ਉਹਨਾਂ ਨੇ, ਪਤਾ ਨਹੀਂ ਮੈਨੂੰ ਸ਼੍ਰੀ ਸਾਹਿਬ, ਜੇ ਸ਼੍ਰੀ ਸਾਹਿਬ ਪਾਇਆ ਤਾਂ ਦਿਖਾਵੇ ਲਈ ਪਾਇਆ ਜੀ। ਸ਼੍ਰੀ ਸਾਹਿਬ ਕੀ ਚੀਜ਼ ਹੈ? ਜਿਹੜੀ ਕਿਰਪਾਨ ਹੈ ਉਹ ਇੱਕ ਕਮਿਟਮੈਂਟ ਹੈ ਟੂ ਦੀ ਕਾਜ਼ ਆਫ ਦਾ ਗੁਰੂ ਜੀ। ਗੁਰੂ ਨੂੰ ਅਸੀਂ ਸਮਰਪਿਤ ਹਾਂ। ਉਹ ਯਾਦ ਕਰਾਉਂਦੀ ਹੈ ਸਾਨੂੰ ਕਿ ਅਸੀਂ ਭਗਮਾ ਪਾ ਕੇ ਜੰਗਲਾਂ ਦੇ ਵਿੱਚ ਨਹੀਂ ਜਾਣਾ, ਅਸੀਂ ਜ਼ਿੰਦਗੀ ਦੀ ਸਟਰਗਲ ਕਰਨੀ ਹੈ। ਕਿਸ ਦੇ ਲਈ? ਫॉर ਦੀ ਲਿਬਰੇਸ਼ਨ ਆਫ ਦੀ ਡਾਊਨ ਟ੍ਰੋਡਨ ਪੀਪਲ, ਗਰੀਬਾਂ ਦੀ ਆਜ਼ਾਦੀ ਦੀ ਲੜਾਈ ਲਈ ਅਸੀਂ ਸਮਰਪਿਤ ਹੋਣਾ। ਇਹ ਕਿਰਪਾਨ ਸਾਨੂੰ ਯਾਦ ਕਰਾਉਂਦੀ ਹੈ। ਇਹ ਇਨਸਿਗਨੀਆ ਹੈ, ਸਿੰਬਲ ਨਹੀਂ ਹੈ। ਇਹ ਇਨਸਿਗਨੀਆ ਇਸ ਚੀਜ਼ ਦਾ ਕਿ ਅਸੀਂ ਗਲ ਦੇ ਵਿੱਚ ਰੋਜ਼ਰੀ ਮਾਲਾ ਨਹੀਂ ਪਾਉਣੀ। ਇੱਕ ਦੁਨੀਆ ਦਾ ਧਰਮ ਹੈ, ਮਾਫ ਕਰਨਾ, ਜਿਸ ਦਾ ਸਪਿਰਚੁਅਲ ਸਿੰਬਲ ਜਿਹੜਾ ਹੈ ਉਹ ਕਿਰਪਾਨ ਹੈ, ਬਾਕੀ ਸਭ ਦੀ ਰੋਜ਼ਰੀ ਆ। ਚਾਹੇ ਇਸਲਾਮ ਆ, ਚਾਹੇ ਹਿੰਦੂਇਜ਼ਮ ਆ, ਚਾਹੇ ਜੈਨਿਜ਼ਮ ਆ, ਚਾਹੇ ਕ੍ਰਿਸਚੈਨਿਟੀ ਆ, ਚਾਹੇ ਜੁਡਾਇਜ਼ਮ, ਕੋਈ ਧਰਮ ਸਾਰੇ ਦੁਨੀਆ ਦੇ ਉਹ ਮਾਲਾ ਦੇ ਉੱਤੇ ਡਿਪੈਂਡੈਂਟ ਆ। ਉਹ ਉਹਨਾਂ ਦਾ ਸਪਿਰਚੁਅਲ, ਸਾਡਾ ਸਪਿਰਚੁਅਲ ਸਿੰਬਲ ਕਿਰਪਾਨ ਹੈ। ਕਿਰਪਾਨ ਸਾਨੂੰ ਯਾਦ ਕਰਾਉਂਦੀ ਆ ਕਿ ਇਸ ਦੁਨੀਆ ਦੇ ਵਿੱਚ ਰਹਿ ਕੇ, ਇਸ ਦੁਨੀਆ ਦੇ ਵਿੱਚ ਹੋ ਰਹੀਆਂ ਵਧੀਕੀਆਂ, ਇਸ ਦੁਨੀਆ ਦੇ ਵਿੱਚ ਹੋ ਰਹੇ ਧੱਕੇ, ਜ਼ੁਲਮੋ ਸਿਤਮ, ਉਸ ਦੇ ਖਿਲਾਫ ਅਸੀਂ ਲੜਨਾ। ਕੀ ਬਾਦਲ ਪਰਿਵਾਰ ਉਹ ਇਹ ਗੱਲ ਮੰਨ ਰਿਹਾ? ਕਿਰਪਾਨ ਪਾ ਕੇ, ਕਿਰਪਾਨ ਦਾ ਜੋ ਮੈਸੇਜ ਹੈ ਗੁਰੂ ਨੇ ਦਿੱਤਾ ਹੋਇਆ, ਉਹ ਮੈਸੇਜ ਜ਼ਿਆਦਾ ਇੰਪੋਰਟੈਂਟ ਹੈਗਾ। ਉਹ ਮੈਸੇਜ ਕੀ ਹੈ ਕਿ ਇਸ ਦੁਨੀਆ ਦੇ ਵਿੱਚ ਕਿੰਨੇ ਜ਼ੁਲਮੋ ਸਿਤਮ ਹੋ ਰਿਹਾ ਸਮਾਜ ਦੇ ਵਿੱਚ। ਅਸੀਂ ਸਮਾਜ ਨੂੰ ਛੱਡਣਾ ਨਹੀਂ, ਇਸ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੇ ਜਿਹੜੇ ਸਿਨਸ ਹੈਗੇ, ਕੁਰੀਤੀਆਂ ਹੈਗੀਆਂ, ਉਹਨਾਂ ਦੇ ਖਿਲਾਫ ਜਦੋਂ ਜਹਿਦ ਕਰਨੀ ਆ। ਅਸੀਂ ਗਰੀਬਾਂ ਨੂੰ ਉਠਾਉਣਾ। ਜਿਹੜੀ ਰੈਲੀ ਸੀ ਉਹਦੇ ਚਾਹੇ ਸੁਖਬੀਰ ਸਿੰਘ ਬਾਦਲ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ, ਬਹੁਤ ਸਾਰੇ ਲੀਡਰ ਸਨ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਭੁੰਦੜ ਸਾਹਿਬ, ਬਲਵਿੰਦਰ ਸਿੰਘ ਭੁੰਦੜ। ਸੋ ਉਹਨਾਂ ਸਾਰਿਆਂ ਨੇ ਕਿਹਾ ਹੈ ਕਿ ਦੇਸ਼ 'ਚ ਇੱਕੋ ਹੀ ਰੀਜਨਲ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਉਹਦਾ ਵੀ ਗਲਾ ਘੁੱਟ ਰਹੀ ਹੈ, ਪਰ ਪੰਜਾਬੀਆਂ ਦੀ ਰਹਿਨੁਮਾਈ ਕਰਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬੀਆਂ ਦੇ ਦਰਦ ਨੂੰ ਸਮਝਦੀ ਹੈ, ਸਿੱਖਾਂ ਦੀ ਰਹਿਨੁਮਾਈ ਕਰਦੀ ਹੈ, ਸ਼੍ਰੋਮਣੀ ਅਕਾਲੀ ਦਲ। ਸੋ ਸ਼੍ਰੋਮਣੀ ਅਕਾਲੀ ਦਲ ਲਈ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜਿਤਾਓ, ਇਸ ਵਾਰੀ ਸਰਕਾਰ ਲੈ ਕੇ ਆਓ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰਵਾਦ ਹੈ ਜਿਹੜਾ ਉਹ ਵੱਧ ਗਿਆ, ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਪਰ ਕੀ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਲਾ ਅਕਾਲੀ ਦਲ ਬਣ ਸਕਦਾ ਹੈ? ਜੇ ਬਣ ਸਕਦਾ ਤਾਂ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ 'ਚ ਵਿਸ਼ਵਾਸ ਰੱਖਦੇ ਲੋਕਾਂ ਨੂੰ, ਜਾਂ ਜਿਹੜੇ ਚਾਹੁੰਦੇ ਨੇ ਕਿ ਉਸ ਤਰ੍ਹਾਂ ਦਾ ਅਕਾਲੀ ਦਲ ਹੋਵੇ, ਉਹਨਾਂ ਨੂੰ ਕੀ ਕਰਨਾ ਪਏਗਾ? ਉਹ ਦੇਖੋ ਜੀ, ਕਾਮਨ ਮੈਨ ਜੀ ਜਿਹੜਾ ਆਪਣੇ ਸਵਾਰਥ ਤੋਂ ਉੱਪਰ ਆ, ਆਪਣੇ ਪਰਿਵਾਰਵਾਦ ਤੋਂ ਉੱਪਰ ਆ, ਆਪਣੀਆਂ ਛੋਟੀਆਂ ਛੋਟੀਆਂ ਜਿਹੜੀਆਂ ਤੁਹਾਡੀਆਂ ਖਾਹਿਸ਼ਾਂ ਉਹਨਾਂ ਤੋਂ ਉੱਪਰ ਉੱਠ ਕੇ ਸਮਰਪਿਤ ਆ ਹਿਊਮੈਨਿਟੀ ਲਈ, ਸਮਰਪਿਤ ਆ ਗਰੀਬਾਂ ਦੇ ਲਈ, ਸਮਰਪਿਤ ਆ ਇਕੁਐਲਿਟੀ ਦੇ ਲਈ। ਤਾਂ ਉਸ ਕਿਸਮ ਦੇ ਜਿਹੜੇ ਬੰਦੇ ਆਉਣ, ਉਹ ਆ ਕੇ ਮਤਲਬ ਅਕਾਲੀ ਦਲ ਦੀ ਵਾਗਡੋਰ ਸੰਭਾਲਣ, ਔਰ ਉਹ ਇੱਕ ਉਹਨਾਂ ਦਾ ਜਿਹੜਾ ਜੀਵਨ ਹੋਵੇ ਉਹ ਇੱਕ ਸੋਰਸ ਆਫ ਇੰਸਪੀਰੇਸ਼ਨ ਹੋਵੇ। ਮੂੰਹ 'ਚੋਂ ਗੱਲ ਕਹਿ ਦੇਣੀ ਤਾਂ ਬੜੀ ਸੌਖੀ ਗੱਲ ਹੈ,
ਪਰ ਮੂੰਹ ਚੋਂ ਕਹੀ ਹੋਈ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਕੇ ਉਹ ਇੱਕ ਰੋਲ ਮਾਡਲ ਬਣ ਕੇ ਦੁਨੀਆ ਦੇ ਸਾਹਮਣੇ ਆਉਣਾ, ਉਹ ਚੀਜ਼ ਆ। ਕਮਿਟਡ ਬੰਦੇ ਹੋਣ, ਹਾਂ, ਰੋਲ ਮਾਡਲ ਬਣੇ ਵੀ ਮੈਂ ਜੋ ਕੁਝ ਕਹਿ ਰਿਹਾ ਉਹਦੇ ਨਾਲ ਜਿਉਂ ਰਿਹਾ ਮੈਂ ਕਿ ਨਹੀਂ। ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਦੇਖਾਂ। ਤੋ ਜੇ ਮੈਂ ਉਸ ਤਰੀਕੇ ਦਾ ਰੋਲ ਮਾਡਲ ਬਣ ਹੀ ਨਹੀਂ ਰਿਹਾ ਤਾਂ ਫਿਰ ਲੋਕਾਂ ਤੇ ਕੀ ਅਸਰ ਹੋਣਾ। ਗੁਰੂ ਨਾਨਕ ਦੀ ਜਿਹੜੀ ਬੜੱਪਨ ਹੈ, ਗੁਰੂ ਨਾਨਕ ਦੀ ਜਿਹੜੀ ਯੂਨੀਕਨੈਸ ਤੇ ਗ੍ਰੇਟਨੈਸ ਇਸ ਕਰਕੇ ਹੈ, ਜੋ ਕਿਹਾ ਉਹ ਕਰਕੇ ਦਿਖਾਇਆ ਜੀ। ਆਪਣਾ ਜੀਵਨ ਉਸ ਦੇ 20 ਰੁਪਈਏ ਉਸ ਵੇਲੇ ਬਹੁਤ ਵੱਡੀ ਅਮਾਊਂਟ ਹੋਏਗੀ, ਮੇਰੇ ਹਿਸਾਬ 'ਚ ਕਰੋੜਾਂ ਅਰਬਾਂ ਰੁਪਏ ਦੀ ਉਹ ਹੋਏਗੀ। 20 ਰੁਪਈਏ ਵਪਾਰ ਕਰਨ ਵਾਲੇ ਸੱਚਾ ਸੌਦਾ ਕਿਹਨੂੰ ਦੇ ਰਹੇ ਆ? ਉਹ ਭੁੱਖਿਆਂ ਨੂੰ, ਨੰਗਿਆਂ ਨੂੰ, ਜਿਹੜੇ ਵਿਚਾਰੇ ਬਿਲਕੁਲ ਲਾਵਾਰਿਸ ਹੈਗੇ, ਜਿਹੜੇ ਕਿੰਨੇ ਦਿਨਾਂ ਦੀ ਭੁੱਖ ਤੇ, ਔਰ ਫਿਰ ਬਾਕੀ ਬਚ ਕੇ ਪੈਸੇ ਉਹ ਕਹਿੰਦੇ ਮਹਾਰਾਜ ਲਾਓ, ਕਹਿੰਦੇ ਨਹੀਂ ਤੁਹਾਡੇ ਕੰਮ ਆਉਣਗੇ। ਕਿੱਡੀ ਵੱਡੀ, ਜੇ ਤੁਹਾਡਾ ਮਤਲਬ ਇਹੀ ਆ ਵੀ ਤੁਸੀਂ ਹੋਰ ਹੀ ਆਪਣਾ ਬਣਾਈ ਜਾਣਾ, ਆਪਣੇ ਮੁੰਡੇ ਨੂੰ ਹੀ ਟਿਕਟ ਦੇਈ ਜਾਣਾ, ਆਪਣੇ ਪੋਤੇ ਨੂੰ ਹੀ ਟਿਕਟ ਦੇਈ ਜਾਣਾ, ਆਪਣੀ ਨੂੰਹ ਨੂੰ ਟਿਕਟ ਦੇਈ ਜਾਣਾ, ਤਾਂ ਇੱਕ ਹੀ ਗੱਲ ਹੋਊਗੀ। ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ ਪਰਸਨਲ। ਮੈਨੂੰ ਕੋਈ ਬੰਦਾ ਕਹਿਣ ਲੱਗਿਆ, ਮੇਰਾ ਵਾਕਫਕਾਰ ਸੀ, ਬੜਾ ਅੱਛਾ ਬੰਦਾ ਵੈਸੇ, ਉਹ ਮੈਨੂੰ ਕਹਿਣ ਲੱਗਿਆ ਤੁਹਾਨੂੰ ਫਲਾਣਾ ਬੰਦਾ ਮਿਲਣਾ ਚਾਹੁੰਦਾ। ਮੈਂ ਕਿਹਾ ਵੀ ਮੇਰੇ ਪੱਲੇ ਤਾਂ ਕੁਛ ਨਹੀਂ, ਮੈਨੂੰ ਮਿਲ ਕੇ ਉਹਨੇ ਕੀ ਲੈਣਾ। ਮੈਂ ਤਾਂ, ਮੇਰੇ ਖਿਆਲ ਆ, ਮੇਰੇ ਵਿਚਾਰ ਆ, ਉਹ ਮੈਂ ਖਿਆਲ ਆਪਣੇ ਐਕਸਪ੍ਰੈਸ ਕਰਦਾ, ਮੈਂ ਲਿਖਦਾ ਵੀ ਹਾਂ ਉਸੇ ਤਰੀਕੇ ਦੇ ਨਾਲ। ਕਹਿੰਦਾ ਜੀ ਉਹ ਦੇਖੋ ਇੰਨਾ ਪਾਠ ਕਰਦੇ ਆ, ਜਿਵੇਂ ਤੁਸੀਂ ਗੱਲ ਸੁਖਬੀਰ ਸਿੰਘ ਦੀ ਕੀਤੀ, ਇੰਨਾ ਉਹ ਕਰਦੇ ਆ। ਮੈਂ ਇੱਕ ਵਾਰੀ ਚੁੱਪ ਕਰ ਗਿਆ, ਫਿਰ ਦੁਬਾਰਾ ਆਇਆ, ਫਿਰ ਤੀਜੀ ਵਾਰੀ ਆ। ਕੌਣ ਪਾਠ ਕਰਦੇ ਨੇ ਬਈ? ਇਹੀ ਜੋ ਲੀਡਰ ਸੋ ਕਾਲਡ, ਮੈਂ ਹੁਣ ਨਾਮ ਕਿਹਦਾ ਲਵਾਂ, ਸਾਰੇ ਦਿਖਾਵੇ ਲਈ ਪਾਠ ਕਰਦੇ ਆ, ਦਿਖਾਵੇ ਲਈ ਕਿਰਪਾਨਾਂ ਪਾਉਂਦੇ ਆ। ਤੇ ਮੈਂ ਉਹਨੂੰ ਕਿਹਾ ਵੀ, ਮੈਂ ਕਿਹਾ ਗੱਲ ਸੁਣੋ ਭਾਈ ਸਾਹਿਬ, ਕੀ ਅਰਦਾਸ ਕਰਦੇ ਹੋ? ਪਾਠ ਕਰਨ ਤੋਂ ਬਾਅਦ ਕੀ ਅਰਦਾਸ ਕਰਦੇ ਆ? ਕੀ ਉਹ ਅਰਦਾਸ ਕਰਦੇ ਵੀ ਦੁਬਾਰਾ ਚੀਫ ਮਿਨਿਸਟਰ ਬਣ ਜਾਈਏ? ਦੁਬਾਰਾ ਜਦੋਂ ਚੀਫ ਮਿਨਿਸਟਰ ਬਣਾਂਗੇ, ਹੋਰ ਜਿਹੜੀ ਰਹਿੰਦੀ ਖੁੰਦੀ ਆ ਉਹਨੂੰ ਵੀ ਲਪੇਟ ਲਈਏ। ਜੇ ਉਹ ਅਰਦਾਸ ਸਿੱਖ ਦੀ ਕੀ ਅਰਦਾਸ ਆ, ਮੈਂ ਤੁਹਾਡੇ ਰਾਹੀਂ ਸਾਰੇ ਸਿੱਖ ਜਗਤ ਨੂੰ ਦੱਸਣਾ ਚਾਹੁੰਦਾ, ਸਿੱਖ ਦੀ ਅਰਦਾਸ ਆ ਸਰਬੱਤ ਦੇ ਭਲੇ ਦੀ। ਦੇਖੋ ਕਿੱਡੀ ਸੁਪਰੀਮ ਗੱਲ ਆ ਭਾਈ ਸਾਹਿਬ। ਦੁਨੀਆ ਦੇ ਵਿੱਚ ਦੂਸਰੇ ਧਰਮਾਂ ਦੇ ਲੋਕ ਵੀ ਅਰਦਾਸ ਕਰਦੇ ਆ, ਅਰਦਾਸ ਤੋਂ ਬਾਅਦ ਉਹ ਆਪਣਾ ਆਪ ਮੰਗਦੇ ਆ, ਆਪਣਾ ਰਾਜ ਮੰਗਦੇ ਆ, ਆਪਣੀ ਜਾਇਦਾਦ ਮੰਗਦੇ ਆ, ਆਪਣਾ ਪੈਸਾ ਮੰਗਦੇ ਆ, ਆਪਣਾ ਪਰਿਵਾਰ ਦੀ ਪ੍ਰਫੁੱਲਤਾ ਮੰਗਦੇ ਆ। ਪਰ ਗੁਰੂ ਨੇ ਕਿਹਾ ਨਹੀਂ, ਤੂੰ ਸਿਰਫ ਸਰਬੱਤ ਦੇ ਭਲੇ ਦੀ ਮੰਗ ਕਰਨੀ ਹੈ। ਮੈਂ ਕਿਹਾ ਭਾਈ ਸਾਹਿਬ ਜੀ, ਜੇ ਇਹ ਅਰਦਾਸ ਕਰਦੇ ਆ ਜਿਹੜੀ ਅਰਦਾਸ ਗੁਰੂ ਨੇ ਦੱਸੀ ਆ, ਮੈਂ ਨੰਗੇ ਪੈਰੀ ਉਹਨਾਂ ਦੇ ਕੋਲ ਜਾਊਂ। ਉਹ ਚੁੱਪ ਕਰ ਗਿਆ, ਉਸ ਤੋਂ ਮੁੜ ਕੇ ਨਹੀਂ ਆਇਆ। ਤਾਂ ਮੇਰਾ ਮਤਲਬ ਕਹਿਣ ਤੋਂ ਇਹ ਆ ਕਿ ਜੇ ਇਹ ਲੋਕ ਜੋ ਤੁਸੀਂ ਕਹਿੰਦੇ ਹੋ ਕਿਰਪਾਨ ਪਾਉਂਦੇ ਆ ਜਾਂ ਪਾਠ ਕਰਦੇ ਆ, ਗੁਟਕਾ ਸਾਹਿਬ ਰੱਖ ਕੇ ਅਮਰਿੰਦਰ ਸਿੰਘ ਨੇ ਕੀ ਸਵਾਹ ਉਡਾਈ ਹੈ ਤੁਹਾਨੂੰ ਪਤਾ ਹੀ ਹੈ। ਗੁਟਕਾ ਸਾਹਿਬ ਰੱਖ ਕੇ ਹੱਥ ਦੇ ਵਿੱਚ ਉਧਰ ਤਲਵੰਡੀ ਸਾਹਿਬ ਦੇ ਦਮਦਮਾ ਸਾਹਿਬ ਦੇ ਅੱਗੇ ਹੱਥ ਕਰਕੇ ਕਿਹਾ ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਮੈਂ ਇਹ ਕਰ ਦੂੰ, ਕੀਤਾ ਕੱਖ ਵੀ ਨਹੀਂ। ਔਰ ਸਾਰੀ 4.5 ਸਾਲ ਲੁੱਟ ਮਾਰ ਮਚਾਈ ਆ। ਔਰ ਉਹ ਜਿਹੜੀ ਜਨਾਨੀ ਸੀ ਮੁਸਲਿਮ ਉੱਥੇ ਪਾਕਿਸਤਾਨ ਦੀ, ਉਹਦੇ ਨਾਲ ਸੱਤਾ ਪਿਆ ਰਿਹਾ। ਰੂਸਾਲਮ ਜੋ ਵੀ ਆਪਾਂ ਕਾਹਨੂੰ ਕਿਸੇ ਦਾ ਨਾਮ ਲੈਣਾ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ, ਤੁਸੀਂ ਕੀ ਕਰ ਰਹੇ ਹੋ, ਤੁਹਾਡਾ ਕਿਰਦਾਰ ਕੀ ਹੈ, ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਲੋਕਾਂ ਨੂੰ ਪਤਾ ਨਹੀਂ ਵੀ ਤੁਸੀਂ ਕੀ ਕਰਦੇ ਰਹੇ 4.5 ਸਾਲ। ਤਾਂ ਇਸੇ ਤਰੀਕੇ ਨਾਲ ਲੋਕਾਂ ਨੂੰ ਨਹੀਂ ਪਤਾ ਵੀ ਤੁਸੀਂ ਬਾਦਲ ਸਾਹਿਬ ਕੀ ਕੀਤਾ। ਲੋਕਾਂ ਨੂੰ ਦਿਖਦੀਆਂ ਐਡੀਆਂ ਬੜੀਆਂ ਮੰਜ਼ਿਲਾਂ, ਐਡੇ ਬੜੇ ਮਤਲਬ ਹੋਟਲ, ਐਡੇ ਬੜੇ ਮਤਲਬ ਕੀ ਤੇ ਕੀ ਨਹੀਂ, ਕਿੱਥੋਂ ਆਏ ਹੋ? ਉਹ ਗਰੀਬਾਂ ਦੇ ਖੂਨ ਦੇ ਵਿੱਚੋਂ ਉਤਰੇ ਵੇ। ਪਰ ਉਹਨਾਂ ਦਾ ਦਾਅਵਾ ਕਿ ਅਸੀਂ ਸ਼ੁਰੂ ਤੋਂ ਹੀ ਮਤਲਬ ਚੰਗੇ ਖਾਨਦਾਨ ਚੋਂ ਆ, ਚੰਗੀ ਜ਼ਮੀਨ ਜਾਇਦਾਦਾਂ ਵਾਲੇ। ਜ਼ਮੀਨਾਂ ਜਾਇਦਾਦਾਂ ਵਾਲੇ ਤਾਂ ਬਹੁਤ ਹੋਰ ਵੀ ਆ। ਉਹਨਾਂ ਕੋਲ ਉਹਨਾਂ ਨਾਲੋਂ ਕਿਤੇ ਵੱਧ ਜ਼ਮੀਨ। ਮੈਂ ਉਸ ਇਲਾਕੇ ਨੂੰ ਬਿਲੋਂਗ ਕਰਦਾ ਜੀ। ਤਾਂ ਉਹ ਜ਼ਮੀਨਾਂ ਜਾਇਦਾਦਾਂ ਵਾਲੇ ਕਿੱਥੇ ਗਏ? ਉਹ ਤਾਂ ਕਿਤੇ ਥਿਆਉਂਦੇ ਵੀ ਨਹੀਂ। ਮੈਂ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਨਾ ਜ਼ਮੀਨਾਂ ਜਾਇਦਾਦਾਂ ਵਾਲੇ ਬਹੁਤ ਵੱਡੇ ਜ਼ਮੀਨਾਂ ਜਾਇਦਾਦ, ਤੇ ਚੰਡੀਗੜ੍ਹ ਦੇ ਵਿੱਚ 1 ਕਨਾਲ ਦੀ ਕੋਠੀ ਖਰੀਦ ਕੇ ਦੇਖੋ 10-12 ਕਰੋੜ ਦੀ ਆਉਂਦੀ ਹੈ ਉਹਨਾਂ ਸੈਕਟਰਾਂ ਦੇ ਵਿੱਚ। ਤਾਂ ਕੌਣ ਜ਼ਿਮੀਂਦਾਰ ਖਰੀਦ ਲੇਗਾ? ਤੁਸੀਂ ਮੈਨੂੰ ਆਪ ਦੱਸੋ। ਇਹ ਜਿਹੜਾ ਕੁਛ ਹੋਇਆ, ਇਹ ਸਾਰਾ ਕੁਛ ਇਸ ਕਰਕੇ ਹੋਇਆ ਕਿ ਤੁਸੀਂ ਚੀਫ ਮਿਨਿਸਟਰ ਸੀ। ਤੁਸੀਂ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕੀਤਾ, ਤੁਸੀਂ ਲੋਕਾਂ ਦੇ ਨਾਲ ਧੋਖਾਧੜੀ ਕੀਤੀ। ਔਰ ਜਿਹੜੇ ਤੁਹਾਡੇ ਅੱਗੇ ਆਲੇ ਦੁਆਲੇ 4 ਪੁਲਿਸ ਇਕੱਠੇ ਹੋਏ ਵੇ ਆ, ਉਹ ਵੀ ਉਹ ਛੋਟੇ ਲੈਵਲ ਤੇ ਕਰ ਰਹੇ ਆ। ਜੋ ਤੁਸੀਂ ਵੱਡੇ ਲੈਵਲ ਤੇ ਕੀਤਾ ਉਹ ਛੋਟੇ ਲੈਵਲ ਤੇ। ਉਹੀ ਚੀਜ਼ ਅਮਰਿੰਦਰ ਨੇ, ਮੈਂ ਇਹ ਗੱਲ ਜਦੋਂ ਅਮਰਿੰਦਰ ਚੀਫ ਮਿਨਿਸਟਰ ਸੀ ਉਦੋਂ ਮੈਂ ਬਹੁਤ ਬੜੀ ਇੱਕ ਸਟੇਟਮੈਂਟ ਦਿੱਤੀ ਸੀ ਜਿਹੜੀ 4,71,000 ਦੇਖ ਚੁੱਕੇ ਆ ਲੋਕ। ਮੈਂ ਕਿਹਾ ਸੀ ਇਹ ਬੰਦਾ ਆਪਸ ਦੇ ਵਿੱਚ ਮਿਲੇ ਵੇ ਦੋਨੇ, ਇਹਨਾਂ ਦੀ ਮਿਲੀ ਭੁਗਤ। ਇਹ ਗੱਲ ਮੈਂ ਜਦੋਂ ਚੀਫ ਮਿਨਿਸਟਰ ਸੀ, ਅੱਜ ਉਹ ਸਾਹਮਣੇ ਆ ਰਹੀ ਹੈ ਗੱਲ।
ਆ ਹੁਣ ਉਹ ਕਹਿੰਦਾ ਵੀ ਅਸੀਂ ਇਕੱਠੇ ਰਲ ਕੇ ਇਲੈਕਸ਼ਨ ਲੜਾਂਗੇ। ਬੀਜੇਪੀ, ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਤੇ ਪ੍ਰਕਾਸ਼ ਸਿੰਘ ਬਾਦਲ। ਨਹੀਂ, ਅੱਛਾ, ਅਜੇ ਸ਼੍ਰੋਮਣੀ ਅਕਾਲੀ ਦਲ ਨਹੀਂ ਉਹਨਾਂ ਨਾਲ ਚਲੋ ਰਲੇਵਾਂ ਜੋ ਹੋਇਆ। ਮਰਜ਼ੀ ਕਹਿ ਲਓ ਤੁਸੀਂ, ਮੈਂ ਤਾਂ ਉਹਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੀ ਨਹੀਂ। ਹੁਣ ਜਿਹੜਾ ਰਲੇਵਾਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਆ ਪਾਰਟੀ ਜੋ ਵੀ ਬਹੁਜਨ ਸਮਾਜ ਪਾਰਟੀ ਵੀ ਕੀ ਹੈ, ਉਹਨਾਂ ਦੇ ਪੱਲੇ ਵੀ ਕੱਖ ਨਹੀਂ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਜੇ ਤੁਹਾਡਾ ਕਿਰਦਾਰ ਕਰੈਕਟਰ ਉੱਚਾ ਹੋਏਗਾ ਨਾ, ਸਵਾਲ ਹੈ ਕਰੈਕਟਰ ਬਿਲਡਿੰਗ। ਕੀ ਅਕਾਲੀ ਦਲ ਹੁਣ ਆਪਣੇ ਪੈਰਾਂ ਤੇ ਖੜਾ ਹੋ ਪਾਏਗਾ? ਐਬਸੋਲੂਟਲੀ ਨਾਟ। ਅਕਾਲੀ ਦਲ ਇਤਿਹਾਸ ਦਾ ਹਿੱਸਾ ਬਣ ਚੁੱਕਿਆ। ਔਰ ਜਦੋਂ ਇਤਿਹਾਸ ਦੇ ਵਿੱਚ ਜਦੋਂ ਲੋਕ ਗਿਰਦੇ ਆ ਨਾ, ਜਿਸ ਤਰ੍ਹਾਂ ਮੁਗਲ ਅੰਪਾਇਰ ਗਿਰਿਆ ਸੀ, ਉਹ ਗਿਰਦਾ ਬਹੁਤ ਟਾਈਮ ਲੱਗ ਜਾਂਦਾ। ਕਾਫੀ 70 80 100 ਸਾਲ ਲੱਗ ਗਏ ਸੀ ਗਿਰਦੇ ਬਿਲਕੁਲ ਜਦੋਂ ਖਤਮ ਹੋ ਗਿਆ। ਇਹ ਗਿਰ ਰਿਹਾ, ਇਹ ਮੰਜ਼ਿਲ ਗਿਰ ਰਹੀ ਹੈ, ਇਹਨੂੰ ਬਚਾਇਆ ਜਾ ਸਕਦਾ? ਨਾ ਹੀ ਨਹੀਂ ਬਚਾਉਣ ਵਾਲੇ। ਬਚਾਇਆ ਕਿਵੇਂ ਜਾ ਸਕਦਾ? ਬਚਾਇਆ ਜਾ ਸਕਦਾ ਤੁਹਾਡਾ ਕੋਈ ਬੰਦੇ ਦਾ ਕਰੈਕਟਰ ਹੋਵੇ, ਕੋਈ ਬੰਦਾ ਐਸੀ ਜੀਵਨ ਉਸ ਦਾ ਬਹੁਤ ਉੱਚਾ ਹੋਵੇ। ਸਾਡਾ ਜਿਹੜਾ ਸਿੱਖੀਜ਼ਮ ਆ ਉਹ ਜੀਵਨ ਹੈ, ਲਾਈਫ ਹੈ। ਸ਼੍ਰੋਮਣੀ ਅਕਾਲੀ ਦਲ ਚ ਕਿਹੜੇ ਲੀਡਰ ਨੂੰ ਮੰਨਦੇ ਹੋ ਕਿ ਜਿਹੜਾ ਕਹਿਣੀ ਤੇ ਕਰਨੀ ਦਾ ਪੱਕਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰ ਸਕਦਾ ਹੋਵੇ? ਮੈਂ ਅੱਜ ਤੱਕ ਕੋਈ ਦੇਖਿਆ ਨਹੀਂ। ਜੇ ਦੇਖਿਆ ਹੋਵੇ ਮੈਂ ਉਸ ਅੱਗੇ ਸਿਰ ਝੁਕਾਦਾ। ਮੈਂ ਤਾਂ ਤੁਹਾਨੂੰ ਦੱਸਿਆ ਵੀ ਅਰਦਾਸ ਕਿਸ ਗੱਲ ਦੀ ਕਰਦੇ ਆ, ਮੈਨੂੰ ਇਹ ਤਾਂ ਪੁੱਛ ਕੇ ਦੱਸ ਦਿਓ ਕਿਸੇ ਨੂੰ ਵੀ ਤੁਸੀਂ ਜਰਨਲਿਸਟ ਹੋ, ਤੁਸੀਂ ਪੁੱਛੋ ਵੀ ਭਾਈ ਸਾਹਿਬ ਪਾਠ ਕਰਦੇ ਹੋ ਤੇ ਉਸ ਤੋਂ ਬਾਅਦ ਅਰਦਾਸ 'ਚ ਕੀ ਮੰਗਦੇ ਹੋ? ਉਹ ਇਹੀ ਕਹੂ ਵੀ ਮੈਂ ਤਾਂ ਇੱਕ ਕੋਠੀ 2 ਚਾਹੀਦੀਆਂ, 2 ਆ 3 ਚਾਹੀਦੀਆਂ, 4 ਚਾਹੀਦੀਆਂ, ਹੋਟਲ ਚਾਹੀਦੇ ਆ, ਰੈਸਟੋਰੈਂਟ ਚਾਹੀਦੇ ਆ। ਓਪਨਲੀ ਤਾਂ ਇਹ ਗੱਲ ਕਦੇ ਵੀ ਨਹੀਂ ਕਹੇਗਾ ਕੋਈ। ਨਹੀਂ, ਅਰਦਾਸ ਸਾਰੇ ਇਹੋ ਕਹਿਣਗੇ ਨਾ ਕਿ ਜੋ ਅਰਦਾਸ ਹੈ ਉਹੀ ਅਰਦਾਸ ਕਰਦੇ। ਨਹੀਂ, ਅਰਦਾਸ ਇਹੀ ਬੰਦਾ ਕਰਦਾ ਨਾ ਅਖੀਰ ਦੇ ਵਿੱਚ। ਸਿੱਖ ਨੂੰ ਹੁਕਮ ਹੈ ਗੁਰੂ ਦਾ ਕਿ ਭਾਈ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ, ਸਭ ਦਾ ਭਲਾ ਹੋਵੇ, ਦੁਨੀਆ ਦਾ। ਕਿਸੇ ਇਹ ਨਹੀਂ ਵੀ ਇੱਕ ਧਰਮ ਦਾ, ਸਾਰੀ ਦੁਨੀਆ, ਯੂਨੀਵਰਸਲ ਵੈਲਫੇਅਰ ਆਫ ਦੀ ਯੂਨੀਵਰਸ। ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਸੀ, ਜਿਹੜੇ ਅਜੇ ਵੀ ਜਿਉਂਦੇ ਨੇ। ਹਾਂਜੀ, ਤੇ ਜਿਹੜੇ ਚਾਹੁੰਦੇ ਨੇ ਕਿ ਜਿਹੜੇ ਅਕਾਲੀ ਦਲ ਨਗਾਰ ਵੱਲ ਹੋਵੇ ਚਾਹੇ ਉਚਾਈਆਂ ਵੱਲ ਹੋਵੇ, ਅਕਾਲੀ ਦਲ ਦੇ ਨਾਲ ਉਹ ਜੁੜੇ ਨੇ ਕਿ ਅਸੀਂ ਪੰਥਕ ਪਾਰਟੀ ਨੂੰ ਵੋਟ ਪਾਉਣੀ ਹੈ ਕਿਉਂਕਿ ਪੰਥਕ ਪਾਰਟੀ ਅਕਾਲੀ ਦਲ ਹੈ। ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਵੀ ਨੇ, ਨੌਜਵਾਨਾਂ ਦੀਆਂ ਵੀ ਨੇ, ਨਵੀਆਂ ਪੀੜ੍ਹੀਆਂ ਦੀਆਂ ਵੀ ਨੇ ਕਿ ਸਾਡੇ ਬਜ਼ੁਰਗ ਨੇ ਜਿਹੜੇ ਉਹ ਅਕਾਲੀ ਦਲ ਦਾ ਹਿੱਸਾ ਰਹੇ ਨੇ, ਜੁੜੇ ਰਹੇ ਨੇ ਔਰ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਨੇ। ਚਾਹੇ ਉਹ ਪੰਜਾਬੀ ਸੂਬੇ ਦੀ ਗੱਲ ਕਰ ਲਈਏ, ਉਹਨਾਂ ਦੀ ਉਮੀਦ ਜੋ ਉਹਨਾਂ ਦੀ ਉਮੀਦ ਹੈ ਕਿ ਅਕਾਲੀ ਦਲ ਪਹਿਲਾਂ ਵਾਲਾ ਹੋਣਾ ਚਾਹੀਦਾ ਜਾਂ ਅਕਾਲੀ ਦਲ ਖੜਾ ਹੋਏਗਾ। ਸੋ ਉਸ ਚੀਜ਼ ਨੂੰ ਲੈ ਕੇ ਮੈਂ ਪੁੱਛ ਰਿਹਾ ਕਿ ਤੁਹਾਨੂੰ ਵਿਦਿਨ ਪਾਰਟੀ ਕੌਣ ਬੰਦਾ ਇਸ ਤਰ੍ਹਾਂ ਦਾ ਲੱਗਦਾ ਜਿਹੜਾ ਕਾਬਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸੰਕਟ ਚੋਂ ਕੱਢ ਸਕਦਾ, ਉਭਾਰ ਸਕਦਾ, ਵਾਕਈ ਪੰਜਾਬ ਦੀ ਜਾਂ ਪੰਜਾਬੀਆਂ ਦੀ ਰਹਿਨੁਮਾਈ ਕਰਨ ਵਾਲਾ ਜਿਹੜਾ ਅਕਾਲੀ ਦਲ ਸਿਰਜ ਸਕਦਾ? ਉਸ ਨੂੰ ਕੌਣ ਓਪਰਚੁਨਿਟੀ ਦੇਗਾ ਮੈਨੂੰ ਇਹ ਦੱਸੋ। ਉਸ ਨੂੰ ਕੌਣ ਅੱਗੇ ਆਉਣ ਦੇਗਾ? ਉਸ ਨੂੰ ਕੌਣ ਸਟੇਜ ਤੇ ਬਿਠਾਏਗਾ? ਉਸ ਨੂੰ ਕੌਣ ਸਪੀਕਰ ਦੇਗਾ ਤੂੰ ਬੋਲ? ਨੋ ਵਨ। ਕੰਟਰੋਲ ਕਿਹਦਾ ਹੈ? ਕੰਟਰੋਲ ਮਾਇਆਧਾਰੀਆਂ ਦਾ, ਪੈਸੇ ਵਾਲਿਆਂ ਦਾ। ਸਮਝੇ ਕਿ ਨਹੀਂ? ਉਹਨਾਂ ਨੇ ਜਿਹੜੀ ਜੋ ਸਟੇਜ ਆ, ਕਿਹਦੀ ਸਟੇਜ ਆ? ਸੁਖਬੀਰ ਸਿੰਘ ਦੀ ਸਟੇਜ ਆ। ਜਿਸ ਨੂੰ ਸੁਖਬੀਰ ਸਿੰਘ ਕਹੇਗਾ ਉਹ ਸਟੇਜ ਤੇ ਬੈਠੇਗਾ, ਜਿਸ ਨੂੰ ਸੁਖਬੀਰ ਸਿੰਘ ਕਹੇਗਾ ਉਹ ਬੋਲੇਗਾ। ਆਮ ਵਿਚਾਰਾ ਜਿਹੜਾ ਆਦਮੀ ਆ, ਜਿਹੜਾ ਸੱਚਾ ਸੁੱਚਾ, ਨੀਤ ਉਹਦੀ ਸਾਫ਼ ਆ, ਇਮਾਨਦਾਰੀ ਆ ਉਹਦੇ ਮਨ ਦੇ ਵਿੱਚ, ਉਹਦੀ ਮਾਨਸਿਕਤਾ ਦੇ ਵਿੱਚ, ਉਸ ਨੂੰ ਕੌਣ ਨੇੜੇ ਆਉਣ ਦੇਗਾ? ਉਸ ਨੂੰ ਕੁਣੀ ਮਾਰ ਕੇ ਮਾਰਨਗੇ ਚਲਾ ਕੇ, ਸਟੇਜ ਤੋਂ ਹੇਠਾਂ ਮਾਰਨਗੇ ਚਲਾ ਕੇ। ਸੋ ਤੁਹਾਡਾ ਨਿਚੋੜ ਇਹੀ ਹੈ ਕਿ ਜਿਹੜਾ ਹੁਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਿਰਫ ਬਾਦਲ ਪਰਿਵਾਰ ਦੇ ਕਬਜ਼ੇ ਹੇਠ ਹੀ ਰਹੇਗਾ, ਪਰਿਵਾਰਵਾਦੀ ਹੈ, ਉਹ ਪਰਿਵਾਰ ਦੇ ਕੰਟਰੋਲ 'ਚ ਰਹੇਗਾ। ਤੋ ਇਹ ਇੱਕ ਤਰਾਸਦੀ ਆ। ਇਹ ਜਿਹੜੇ ਹੁਣ ਕਈ ਬੰਦੇ ਕਹਿ ਦਿੰਦੇ ਆ ਨਾ ਵੀ ਦੂਸਰੇ ਸੂਬਿਆਂ 'ਚ ਵੀ ਰੀਜਨਲ ਪਾਰਟੀਆਂ ਜਿਵੇਂ ਸ਼ਿਵ ਸੈਨਾ ਫਲਾਨਾ, ਉਹ ਚੀਜ਼ਾਂ ਹੋਰ ਆ। ਇਹ ਇੱਕ ਅਕਾਲੀ ਦਲ ਦੇ, ਮੈਂ ਤੁਹਾਡੀ ਗੱਲ ਕੱਟਦਾ, ਅਕਾਲੀ ਦਲ ਦੇ ਹੁਣ ਤੱਕ ਦੇ ਇਤਿਹਾਸ ਦੇ ਕਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਸ ਤਰ੍ਹਾਂ ਦੇ ਰਹੇ ਆ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਆ, ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਜਿਨ੍ਹਾਂ ਨੇ ਵਾਕਿਆ ਹੀ ਪੰਥ ਲਈ ਕੁਝ ਕੀਤਾ? ਝਬਾਲ ਬ੍ਰਦਰਜ਼ ਹੈਗੇ। ਇਸੇ ਮਾਸਟਰ ਤਾਰਾ ਸਿੰਘ ਦੀ ਵੀ ਆਪਣੇ ਤੌਰ ਤੇ ਬਹੁਤ ਇਮਾਨਦਾਰ ਇਨਸਾਨ ਸੀ। ਉਸ ਨੇ ਕੋਈ ਪ੍ਰਾਪਰਟੀ ਨਹੀਂ ਬਣਾਈ, ਕੋਈ ਜਾਇਦਾਦ ਨਹੀਂ। ਗਲਤੀਆਂ ਜ਼ਰੂਰ ਉਸਨੇ ਕੀਤੀਆਂ, ਗਲਤੀਆਂ ਖਾਸ ਤੌਰ ਤੇ 1947 ਦੇ ਵਿੱਚ ਜਦੋਂ ਹਿੰਦੁਸਤਾਨ ਦੀ ਮਤਲਬ ਪਾਰਟੀਸ਼ਨ ਹੋਈ ਹੈ ਇਸ ਮੁਲਕ ਦੀ, ਉਸ ਵੇਲੇ ਉਸ ਤੋਂ ਗਲਤੀਆਂ ਹੋਈਆਂ, ਪਰ ਉਹ ਜ਼ਾਤੀ ਤੌਰ ਦੇ ਉੱਤੇ ਇਮਾਨਦਾਰ ਇਨਸਾਨ ਸੀ ਜੀ। ਸੋ ਮਚ ਸੋ ਉਸ ਨੇ ਕਦੇ ਕਾਰ ਨੂੰ ਵੀ ਮਿਸਯੂਜ਼ ਨਹੀਂ ਕੀਤਾ। ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਆ, ਉਹ ਕਿਸ ਤਰੀਕੇ ਦੇ ਨਾਲ, ਉਹ ਜਿਹੜਾ ਕਿ ਮੱਕੜ ਸੀ, ਉਸ ਨੇ ਸਾਲ ਦੇ ਵਿੱਚ ਇਤਨਾ ਟੀਏ
ਮਤਲਬ ਟਰੈਵਲਿੰਗ ਅਲਾਊਂਸ ਚਾਰਜ ਕੀਤਾ, ਜੇ ਉਹ 24 ਘੰਟੇ ਵੀ ਸਾਲ ਕਾਰ ਚੱਲਦੀ ਹੁੰਦੀ ਤਾਂ ਨਹੀਂ ਸੀ ਬਣਦਾ। ਤਾਂ ਉਹਦਾ ਕੀ ਹੋਏਗਾ ਜੀ? ਕੋਈ ਮਤੇ ਬੰਦਾ ਸਮਝੇ ਵੀ ਲੋਕਾਂ ਨੂੰ ਪਤਾ ਨਹੀਂ, ਲੋਕ ਬੜੇ ਸੂਝਵਾਨ ਆ, ਲੋਕ ਬੜੇ ਸਮਝਦਾਰ ਆ, ਲੋਕ ਅੱਜ ਚਬਾਲ ਬ੍ਰਦਰ, ਮਾਸਟਰ ਤਾਰਾ ਸਿੰਘ, ਇਹ ਬੜੇ ਹੋਰ ਕਿਹੜੇ ਨੇ ਹੋਰ ਮਤਲਬ ਬੰਦੇ ਜਿਵੇਂ ਕਈ ਹੋਰ ਵੀ ਬੜੇ ਜਿਹੜੇ ਪੁਰਾਣੇ ਲੀਡਰ ਸੀ, ਸਾਰੇ ਬੜੇ ਸੱਚੇ ਸੁੱਚੇ ਸੀ, ਇਮਾਨਦਾਰ ਸੀ, ਦੇਣਦਾਰ ਸੀ, ਦੇਣਾ ਸੀ ਉਹਨਾਂ ਨੇ, ਪੰਥ ਨੂੰ ਦੇਣ ਆਏ ਸੀ। ਸਭ ਤੋਂ ਵੱਡਾ ਮੋਰਚਾ ਕਿਹੜਾ ਰਿਹਾ ਅਕਾਲੀ ਦਲ ਦਾ? ਅਕਾਲੀ ਦਲ ਦਾ ਜੈਤੋ ਮੋਰਚਾ ਵੀ ਬਹੁਤ ਵੱਡਾ ਮੋਰਚਾ ਸੀਗਾ, ਤੋ ਇਹ ਚਾਬੀਆਂ ਦਾ ਮੋਰਚਾ ਵੀ ਬਹੁਤ ਵੱਡਾ ਮੋਰਚਾ ਸੀਗਾ, ਤੋ ਇਸੇ ਤੇ ਨਨਕਾਣਾ ਸਾਹਿਬ ਦਾ ਮੋਰਚਾ ਬਹੁਤ, ਸਾਰੇ ਬਹੁਤ ਹੀ ਹਰ ਇੱਕ ਮੋਰਚੇ ਦੇ ਵਿੱਚ ਮਤਲਬ ਦਿੱਤਾ ਹੀ ਆ, ਸ਼ਹਾਦਤਾਂ ਦਿੱਤੀਆਂ। ਜਦੋਂ ਬੰਦਿਆਂ ਨੇ ਸ਼ਹਾਦਤਾਂ ਹੀ ਦੇ ਦਿੱਤੀਆਂ, ਬਾਕੀ ਰਹਿ ਕੀ ਗਿਆ? ਔਰ ਉਹ ਵੀ ਉਹਨਾਂ ਨੇ ਉਸ ਦਾ ਕੋਈ ਮੁਆਵਜ਼ਾ ਨਹੀਂ ਲਿਆ, ਨਾ ਕਿਸੇ ਸਰਕਾਰ ਤੋਂ, ਨਾ ਕਿਸੇ ਆਰਗੇਨਾਈਜੇਸ਼ਨ ਤੋਂ, ਨਾ ਕਿਸੇ ਜਥੇਬੰਦੀ ਤੋਂ। ਔਰ ਉਹਨਾਂ ਦੇ ਅੱਜ ਪਰਿਵਾਰ ਵੀ ਆ ਜਿਹੜੇ ਵਿਚਾਰੇ, ਉਹ ਕਿਤੇ ਵੀ ਨਹੀਂ ਹੈ। ਸਿੱਖ ਪੰਥ ਦੀ ਗੱਲ ਕਰ ਲਈਏ ਜਾਂ ਪੰਜਾਬੀਆਂ ਦੀ ਗੱਲ ਕਰ ਲਈਏ, ਖਾਸ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ, ਹਾਂਜੀ, ਸਿੱਖਾਂ ਦੀ ਰੋਲ ਜਥੇਬੰਦੀ ਹੈ। ਸੋ ਸਿੱਖ ਕੌਮ ਹੈ ਜਿਹੜੀ, ਉਹ ਕਿਹੜੀ ਪਾਰਟੀ ਤੋਂ ਉਮੀਦ ਰੱਖੇ, ਕਿਸ ਤੇ ਵਿਸ਼ਵਾਸ ਕਰੇ ਤੁਹਾਡੀ ਨਜ਼ਰ ਦੇ ਵਿੱਚ? ਮੈਂ ਤਾਂ ਸਮਝਦਾ ਸਿੱਖ ਕਿਸੇ ਤੇ ਵੀ ਨਾ, ਸਿੱਖ ਗੁਰੂ ਤੇ ਵਿਸ਼ਵਾਸ ਕਰਨ, ਸਿੱਖ ਆਪਣੇ ਪੈਰਾਂ ਤੇ ਖੜਨ। ਨਹੀਂ, ਸਿੱਖ ਗੁਰੂ ਤੇ ਵਿਸ਼ਵਾਸ ਕਰਨਗੇ, ਪਰ ਰਾਜ ਚਲਾਉਣ ਲਈ ਜੇ ਤੁਹਾਡੇ ਵਿੱਚ ਸਵੱਛਤਾ ਹੈ, ਜੇ ਤੁਹਾਡੇ ਵਿੱਚ ਇਮਾਨਦਾਰੀ ਹੈ, ਇਨਸਾਨੀਅਤ ਹੈ, ਲੋਕਾਂ ਦੇ ਵੈਲਫੇਅਰ ਲਈ ਤੁਸੀਂ ਸੋਚਦੇ ਹੋ, ਤੁਹਾਨੂੰ ਕਿਸੇ ਦੀ ਕੀ ਸਪੋਰਟ ਦੀ ਲੋੜ ਹੈ? ਤੁਸੀਂ ਆਪਣੇ ਪੈਰਾਂ ਤੇ ਆਪ ਖੜੇ ਹੋਵੋ। ਪਰ ਪਾਰਟੀਆਂ ਤਾਂ ਬਣਾਉਣੀਆਂ ਪੈਂਦੀਆਂ ਨੇ, ਪਾਰਟੀਆਂ ਇੰਨੀਆਂ ਸਟਰੋਂਗ ਹੋਣ ਕਿ ਉਹਨਾਂ ਨੂੰ ਕੋਈ ਖਰੀਦ ਹੀ ਨਾ ਸਕੇ, ਉਹਨਾਂ ਨੂੰ ਕੋਈ ਸੋਚ ਹੀ ਨਾ ਸਕੇ ਵੀ ਐਸ MLA ਨੂੰ ਮੈਂ ਖਰੀਦ ਲੂੰ, ਐਸ MP ਨੂੰ ਮੈਂ ਖਰੀਦ ਲੂੰ। ਮਤਲਬ ਕਿਹੜੀ ਆਫਤ ਆਉਣ ਲੱਗੀ ਹੈ? ਇੰਨਾ ਕੁਛ ਹੁਣ ਸਰਕਾਰ ਕਰਨੀਓ, MLA ਨੂੰ ਇੰਨੇ ਪਰਕਸ ਆ, ਇੰਨੀਆਂ ਪੈਨਸ਼ਨਾਂ। ਬਾਦਲ ਸਾਹਿਬ ਨੂੰ ਮੇਰੇ ਖਿਆਲ 7-8 ਪੈਨਸ਼ਨਾਂ ਮਿਲਦੀਆਂ। ਨਹੀਂ ਮਿਲਦੀਆਂ ਨਹੀਂ। ਹਾਂ, ਉਹ ਇਹ ਹੈ ਕਿ ਜਦੋਂ ਕੋਈ ਵੀ ਵਿਧਾਇਕ ਹੈ ਜਿਹੜਾ ਲਗਾਤਾਰ ਜਿੱਤਦਾ ਜਾ ਰਿਹਾ ਤਾਂ ਨਹੀਂ ਮਿਲੇਗੀ, ਜੇ ਉਹ ਹਾਰ ਜਾਂਦਾ ਉਦੋਂ ਪੈਨਸ਼ਨ ਮਿਲਦੀ ਹੈ। ਜੋ ਵੀ ਆ, ਫਿਰ ਮੇਰਾ ਮਤਲਬ ਮਿਲਦੀ ਆ ਜੀ। ਕਿਉਂ, ਕੀ ਲੋੜ ਆ ਪੈਨਸ਼ਨ? ਤੁਸੀਂ ਪੈਨਸ਼ਨ ਛੱਡ ਦਿਓ, ਦਿਓ। ਮੇਰਾ ਸਵਾਲ ਇਹ ਸੀਗਾ ਕਿ ਸਿੱਖ ਕੌਮ ਪੰਥ ਹੈ ਜਿਹੜਾ, ਉਹ ਕਿਹਦੇ ਤੇ ਵਿਸ਼ਵਾਸ ਕਰੇ ਇਸ ਵੇਲੇ? ਜੇ ਸਿਆਸਤ ਦੀ ਗੱਲ ਕਰ ਰਹੇ ਆਪਾਂ, ਪੰਜਾਬ ਦੀ ਮੈਂ ਸਿਆਸਤ ਦੀ ਉਹ ਗੱਲ ਕਰ ਰਿਹਾ। ਐਸੇ ਹੁਣ ਦੇਖੋ, ਕਿਉਂਕਿ ਸਿੱਖਾਂ ਦੀ ਮੈਂ ਦੱਸਦਾ ਨੁਮਾਇੰਦਗੀ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰ ਰਹੇ ਆ। ਮੈਂ ਨਾਂ ਨਹੀਂ ਲੈਂਦਾ। ਕਿਸਾਨ ਲੀਡਰ ਹੈ, ਉਹਨਾਂ ਨੇ ਸੰਘਰਸ਼ ਕੀਤਾ ਸਾਲ ਤੋਂ ਉੱਪਰ ਜੀ, ਬਹੁਤ ਅੱਛਾ ਸੰਘਰਸ਼ ਕੀਤਾ, ਬਹੁਤ ਵੱਡੀ ਜਿੱਤ ਲੈ ਕੇ ਆਏ ਆ। ਬਿਲਕੁਲ। ਔਰ ਉਸ ਸੰਘਰਸ਼ ਨੂੰ ਸਾਰੀ ਦੁਨੀਆ ਨੇ ਦੇਖਿਆ, ਇੰਡੀਆ ਨੇ ਨਹੀਂ, ਵਰਲਡ ਓਵਰ ਉਹਨਾਂ ਨੂੰ ਵਾਚ ਕਰ। ਹੁਣ ਤੱਕ ਦਾ ਸਭ ਤੋਂ ਵੱਡਾ ਸੰਘਰਸ਼ ਰਿਹਾ ਦੁਨੀਆ ਦੇ ਇਤਿਹਾਸ ਦੇ ਵਿੱਚ, ਹਿੰਦੁਸਤਾਨ, ਇਸ ਮੁਲਕ ਦੇ, ਦੁਨੀਆ ਦੇ। ਔਰ ਜਿਹੜੀ ਸਾਰੀ ਦੁਨੀਆ ਦੀ ਕਾਰਪੋਰੇਟ ਵਰਲਡ ਹੈ, ਉਹ ਇੱਕ ਪਾਸੇ ਸੀ ਜੀ, ਉਹ ਮੋਦੀ ਦੀ ਬੈਕ ਐਂਡ ਕਾਲ ਤੇ ਸੀਗੇ। ਬਿਲਕੁਲ। ਤੋਂ ਲੇਕਿਨ ਬਾਵਜੂਦ ਉਸ ਗੱਲ ਦੇ ਉਹ ਜਿੱਤ ਕੇ ਆਏ। ਉਹਨਾਂ ਵਿੱਚੋਂ ਬੰਦੇ ਤੁਸੀਂ ਲੈ ਲਓ, ਉਹਨਾਂ ਨੂੰ ਵਾਗਡੋਰ ਦੇ ਦਿਓ, ਉਹਨਾਂ ਨੇ ਕੋਈ ਪੈਸਾ ਨਹੀਂ ਖਾਧਾ, ਕੋਈ ਪੈਸਾ ਮੋਦੀ ਸਾਹਿਬ ਤੋਂ ਜਿੰਨਾ ਮਰਜ਼ੀ ਖਾ ਸਕਦੇ ਸੀ, ਕਾਰਪੋਰੇਟ ਵਾਲੇ ਢੇਰਾਂ ਦੇ ਢੇਰ ਪੈਸਿਆਂ ਦੇ ਲਾ ਸਕਦੇ ਸੀ ਉਹਨਾਂ ਦੇ ਅੱਗੇ। ਉਹਨਾਂ 'ਚੋਂ ਤੁਸੀਂ ਬੰਦੇ ਲੈ ਲਓ, ਉਹਨਾਂ 'ਚੋਂ ਬੰਦੇ ਲੈ ਕੇ ਤੁਸੀਂ ਉਹਨਾਂ ਨੂੰ ਪਰ ਉਹਨਾਂ 'ਚੋਂ ਉਹ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਨੁਮਾਇੰਦਗੀ ਕਰ ਸਕਦੇ ਨੇ, ਕਰ ਸਕਦੇ। ਕਿਉਂਕਿ ਉੱਥੇ ਦੇਖੋ, ਉੱਥੇ ਕੀ ਹੁੰਦਾ ਸੀਗਾ, ਮੈਂ ਉੱਥੇ ਗਿਆ ਨਹੀਂ ਪਰ ਮੈਂ ਪੜ੍ਹਦਾ ਜ਼ਰੂਰ ਰਿਹਾ ਕਿ ਉੱਥੇ ਮਤਲਬ ਅਰਦਾਸ ਵੀ ਹੁੰਦੀ ਸੀ, ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਵੀ ਹੁੰਦਾ ਸੀ, ਬੋਲੇ ਸੋਨਿਹਾਲ ਦੇ ਜੈਕਾਰੇ ਵੀ ਲੱਗਦੇ ਸੀਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਬੋਲੀ ਜਾਂਦੀ ਸੀ। ਸਿੱਖ ਸਪਿਰਿਟ ਸੀ ਉਹਨਾਂ ਦੇ ਵਿੱਚ। ਉਹਨਾਂ ਨੇ ਇਸ ਗੱਲ ਤੋਂ ਗੁਰੇਜ਼ ਨਹੀਂ ਕੀਤਾ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ। ਜੇ ਜਿੱਤੀ ਆ ਤਾਂ ਗੁਰੂ ਨਾਨਕ ਦੀ ਸਪਿਰਿਟ ਜਿੱਤੀ ਆ ਉੱਥੇ। ਉਸ ਸਪਿਰਿਟ ਦੇ ਨਾਲ ਕਿੰਨੀ ਮਤਲਬ ਮੁਸ਼ੱਕਤਾਂ, ਕਿੰਨੀਆਂ ਤਕਲੀਫਾਂ, ਕਿੰਨੇ ਤੁਸੀਂ ਦੇਖੋ, ਕਿੰਨੀ ਠੰਡ, ਕਿੰਨੀਆਂ ਬਾਰਿਸ਼ਾਂ, 750 ਦੇ ਕਰੀਬ ਸ਼ਹਾਦਤਾਂ ਦੇ ਦਿੱਤੀਆਂ। ਮਤਲਬ ਉਹ ਤਾਂ ਵਿਚਾਰੇ, ਮਤਲਬ ਉਹ ਬਹੁਤ ਵੱਡੀ ਗੱਲ ਹੈ। ਇਹ ਸੰਘਰਸ਼ ਦਾ ਇਤਿਹਾਸ ਮਤਲਬ ਸਦੀਆਂ ਤੱਕ ਲਿਖਿਆ ਜਾਏਗਾ। ਕਿਹੜੀਆਂ ਗੱਲਾਂ ਤੋਂ, ਕਿਹੜੇ ਐਂਗਲਾਂ ਤੋਂ, ਕਿਸ ਕਿਸਮ ਦੀ ਮਤਲਬ ਪੰਜਾਬੀਆਂ ਨੇ ਸ਼ਹਾਦਤਾਂ ਦਿੱਤੀਆਂ। ਦੂਸਰੇ ਕਿਸਾਨਾਂ ਨੇ ਵੀ ਵਿਚਾਰਿਆਂ ਨੇ ਦਿੱਤੀਆਂ। ਹਰਿਆਣਾ ਦੇ ਕਿਸਾਨਾਂ ਨੇ ਬਹੁਤ ਬੜੀ, ਉਹਨਾਂ ਦਾ ਇੰਪੋਰਟੈਂਟ ਰੋਲ ਹੈ। ਤੋਂ ਇਨੀਸ਼ੀਅਲੀ ਤਾਂ ਜਿਹੜਾ ਸਾਰਾ ਕੰਮ ਸ਼ੁਰੂ ਹੁੰਦਾ ਉਹ ਪੰਜਾਬ ਤੋਂ ਕੰਮ ਸ਼ੁਰੂ ਹੋਇਆ, ਤੁਹਾਨੂੰ ਪਤਾ ਹੀ ਇਸ ਗੱਲ ਦਾ। ਬਿਲਕੁਲ। ਤੋਂ ਉਹ ਕਿੰਨੀ ਮਤਲਬ ਜੁਰਅਤ ਦੇ ਨਾਲ, ਕਿੰਨੀ ਤਾਕਤ ਦੇ ਨਾਲ, ਕਿੰਨੀ ਸ਼ਿੱਦਤ ਦੇ ਨਾਲ ਉਹਨਾਂ ਨੇ ਉਸ ਕਮਿਟਮੈਂਟ ਦੇ ਨਾਲ ਮਤਲਬ ਇੱਕ ਐਸਾ ਮਤਲਬ ਅੰਦੋਲਨ
ਕਿ ਸੰਘਰਸ਼ ਮਤਲਬ ਉਹਨਾਂ ਨੇ ਜਿੱਤਿਆ, ਜਿਹੜਾ ਯੂਨੀਕ ਹੈ ਇਨ ਦੀ ਹਿਸਟਰੀ ਆਫ ਮੈਨਕਾਈਂਡ। ਸੋ ਤੁਹਾਡਾ ਜਿਹੜਾ ਤਜਰਬਾ ਹੁਣ ਤੱਕ ਦਾ ਜਾਂ ਤੁਹਾਡੇ ਕਹਿਣ ਮੁਤਾਬਕ ਹੈ, ਚਾਹੇ ਉਹ ਸਿੱਖ ਕੌਮ ਦੀ ਪੰਥ ਦੀ ਗੱਲ ਕਰ ਲਈਏ, ਚਾਹੇ ਉਹ ਪੰਜਾਬੀਆਂ ਦੀ ਗੱਲ ਕਰ ਲਈਏ, ਕਿ ਉਹਨਾਂ ਨੂੰ ਜਿਹੜੇ ਕਿਸਾਨ ਸੰਘਰਸ਼ ਜਿੱਤ ਕੇ ਆਏ ਨੇ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੂੰ ਹੀ ਆਪਣੇ ਲੀਡਰ ਮੰਨ ਲੈਣਾ ਚਾਹੀਦਾ। ਉਹਨਾਂ ਨੂੰ ਨਵਾਜੋ, ਉਹਨਾਂ ਨੂੰ ਮਤਲਬ ਤੁਸੀਂ ਐਕਸੈਪਟ ਕਰ ਲਓ। ਉਹਨਾਂ ਨੇ ਕੋਈ ਲਾਲਚ ਨਹੀਂ ਦਿਖਾਇਆ। ਲਾਲਚ ਦਿਖਾਉਂਦੇ ਉੱਥੇ ਤਾਂ ਢੇਰਾਂ ਦੇ ਢੇਰ ਨੋਟ ਲੱਗ ਜਾਂਦੇ ਕਿ ਮੋਦੀ ਮਤਲਬ ਮੋਦੀ ਦੇ ਕੋਲ ਕਿਸੇ ਗੱਲ ਦੀ ਘਾਟ ਥੋੜ੍ਹਾ ਆ, ਉਹਦੇ ਤਾਂ ਆਪਣੇ ਪਰਸਨਲ ਅਕਾਊਂਟ ਆ ਜਿਹੜੇ ਆਡਿਟ ਵੀ ਨਹੀਂ ਹੁੰਦੇ। ਹਾਂਜੀ, ਤੋ ਇਸ ਕਰਕੇ ਮਤਲਬ ਉਹ ਲੀਡਰ ਜਿਹੜੇ ਮੈਂ ਸਮਝਦਾ ਉਹਨਾਂ ਦੇ ਵਿੱਚੋਂ ਉਹ ਹੈਵੀ ਸਿੱਖੀ ਨੂੰ ਸਮਰਪਿਤ ਹੈਗੇ। ਕਈ ਅੰਮ੍ਰਿਤਧਾਰੀ ਸਿੱਖ ਆ, ਉਹਨਾਂ ਦੇ ਵਿੱਚੋਂ ਬਹੁਤ ਲੀਡਰ ਜਿਹੜੇ ਹੈਗੇ ਪਾਠ ਕਰਦੇ ਆ, ਬੜਾ ਸੱਚਾ ਸੁੱਚਾ ਉਹਨਾਂ ਦਾ ਜੀਵਨ ਆ ਵਿਚਾਰਿਆਂ ਦਾ। ਉਹਨਾਂ ਨੂੰ ਲੈ ਆਓ। ਤੁਹਾਡੇ ਕੋਲ ਇਹ ਤਾਂ ਨਹੀਂ, ਘਾਟ ਤਾਂ ਨਹੀਂ ਹੈ ਕਿਸੇ ਗੱਲ ਦੀ, ਪਰ ਲਿਆਓਗੇ ਤਾਂ ਜੇ ਤੁਸੀਂ ਗੱਦੀ ਛੱਡੋਗੇ। ਤੁਸੀਂ ਤਾਂ ਆਪਣੀ ਗੱਦੀ ਨੂੰ ਇੰਨਾ ਜੱਫਾ ਪਾਇਆ ਹੋਇਆ ਵੀ ਇਹ ਨਾਲ ਹੀ ਲੈ ਜਾਣੀ। ਸੋ ਇਹ ਗੱਲ। ਚਲੋ, ਸਾਡੇ ਨਾਲ ਇੰਨੀਆਂ ਗੱਲਾਂ ਕਰਨ ਲਈ, ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।